चलो हाँ जी, जी। अमरजीत पन्नू जी। हाँ जी, थैंक यू सो मच फॉर इनवाइटिंग मी टू रीड दिस स्टोरी। ਇਹ ਕਹਾਣੀ ਫਸਟ ਪਰਸਨ ਵਿੱਚ ਲਿਖੀ ਹੋਈ ਹੈ ਤੇ ਇਹ ਕਹਾਣੀ ਜਦੋਂ 1984 ਦਾ ਘੱਲੂਘਾਰਾ ਹੋਇਆ ਸੀਗਾ, ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋਇਆ ਸੀ, ਉਸ ਤੋਂ ਬਾਅਦ ਜਿਹੜੀ ਪਿੰਡਾਂ ਦੇ ਵਿੱਚ ਫੜੋ ਫੜਾਈ ਚੱਲ ਰਹੀ ਸੀ ਉਹਦੇ ਬਾਰੇ ਆ। ਤੇ ਕਈ ਪਿੰਡਾਂ ਦੇ ਵਿੱਚ ਉਹਨਾਂ ਨੇ ਇੰਨੇ ਯੰਗ ਮੁੰਡੇ ਜਿਹੜੇ ਸੀਗੇ ਉਹ ਤਕਰੀਬਨ ਖਤਮ ਕਰ ਦਿੱਤੇ ਸੀ। ਤੇ ਇਹ ਕਹਾਣੀ ਹੈਗੀ ਆ ਮੜੀਆਂ ਦੀ ਮਿੱਟੀ। ਤੇ ਇੱਕ ਗੱਲ ਹੋਰ, ਇਹ ਕਹਾਣੀ ਨਾਗਮਣੀ 'ਚ ਛਪੀ ਸੀ, ਨਾਗਮਣੀ ਬੰਦ ਹੋਣ ਤੋਂ ਪਹਿਲਾਂ। जी जी। ਕਹਾਣੀ ਪੇਸ਼ ਕਰ ਰਹੀ ਹਾਂ, ਮੜੀਆਂ ਦੀ ਮਿੱਟੀ। ਕੋਠੇ ਉੱਤੋਂ ਛਾਲ ਮਾਰ ਕੇ ਦੋ ਬਿੱਲੀਆਂ ਵਿਹੜੇ ਵਾਲੀ ਕੰਧ ਉੱਤੇ ਇੱਕ ਦੂਜੀ ਦੇ ਪਿੱਛੇ ਦੌੜ ਰਹੀਆਂ ਸਨ ਤੇ ਨਾਲ ਹੀ ਇੱਕ ਡਰਾਉਣੀ ਜਿਹੀ ਚੀਕ ਮਾਰ ਕੇ ਉਹਨਾਂ ਗਲੀ ਵਾਲੇ ਪਾਸੇ ਵੱਲ ਛਾਲਾਂ ਮਾਰ ਦਿੱਤੀਆਂ। ਇੱਕਦਮ ਕਿੰਨੇ ਸਾਰੇ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਤੇ ਉਹਨਾਂ ਦੇ ਦਗੜ ਦਗੜ ਭੱਜਣ ਦੀ ਆਵਾਜ਼ ਨੇ ਕਾਲੀ ਬੜੀ ਰਾਤ ਵਿੱਚ ਇੱਕ ਭਿਅੰਕਰ ਕਿਸਮ ਦਾ ਕੋਹਰਾਮ ਮਚਾ ਦਿੱਤਾ। ਤੇ ਫਿਰ ਅਚਨਚੇਤ ਹੀ ਇੱਕ ਪਲ ਦਾ ਸਨਾਟਾ, ਸ਼ਾਇਦ ਅੱਧੇ ਪਲ ਦਾ। ਕੁੱਤੇ ਭੌਂਕਣੋਂ ਹਟ ਗਏ, ਥਾਂ ਹੀ ਖਲੋ ਗਏ ਜਿਵੇਂ ਕੁਝ ਵਾਪਰ ਗਿਆ ਹੋਵੇ। ਪਰ ਅਗਲੇ ਪਲ ਹੀ ਉਗਰਾਉਂਦੇ ਹੋਏ ਇੱਕ ਦੂਜੇ ਨੂੰ ਝਈਆਂ ਲੈ ਲੈ ਪੈ ਰਹੇ ਸਨ, ਇੱਕ ਦੂਜੇ ਕੋਲੋਂ ਕੁਝ ਖੋਹ ਰਹੇ ਸਨ। ਬਿੱਲੀ ਦੀ ਚਿੱਟੀ ਕਾਲੀ ਜੱਤ ਰੂੰ ਦੇ ਫੰਭਿਆਂ ਵਾਂਗਰ ਹਵਾ ਵਿੱਚ ਉੱਡਣ ਲੱਗ ਪਈ ਸੀ। ਰੱਤ ਭਿੱਜੀਆਂ ਬੋਟੀਆਂ ਦੀ ਖੋਹਾ ਮਾਹੀ ਕਰਦੇ ਕੁੱਤਿਆਂ ਵੱਲ ਵੇਖਦਿਆਂ ਹੀ ਆਪ ਮੁਹਾਰੇ ਨਿਕਲੀ ਚੀਕ ਨਾਲ ਮੈਂ ਅੱਬੜ ਵਾਹੇ ਉੱਠ ਬੈਠਦੀ ਹਾਂ। ਖੌਫ ਦੀ ਇੱਕ ਲਹਿਰ ਛਾਤੀ ਵਿੱਚੋਂ ਉੱਠ ਕੇ ਪੈਰਾਂ ਦੇ ਨੋਹਾਂ ਤਾਈਂ ਮੇਰੇ ਸਰੀਰ ਨੂੰ ਝੰਜੋੜ ਜਾਂਦੀ ਹੈ। ਅੱਜ ਫੇਰ ਉਹੀ ਭਿਆਨਕ ਸੁਪਨਾ। ਅੱਜ ਫੇਰ ਡੱਬ ਖੜੱਬੀ ਬਿੱਲੀ ਕੁੱਤਿਆਂ ਵਿੱਚ ਘਿਰਦੀ ਤੇ ਲੀਰੋ ਲੀਰ ਹੁੰਦੀ ਆਪਣੀਆਂ ਅੱਖਾਂ ਨਾਲ ਵੇਖੀ ਸੀ। ਛਾਤੀ ਵਿੱਚੋਂ ਉੱਠੀ ਖੌਫ ਦੀ ਲਹਿਰ ਦਰਦ ਦੀ ਲਹਿਰ ਬਣ ਕੇ ਮੇਰੀਆਂ ਅੱਖਾਂ ਵਿੱਚੋਂ ਵਹਿ ਤੁਰਦੀ ਹੈ। ਜਾਪਦਾ ਹੈ ਜਿਵੇਂ ਹੁਣੇ ਹੀ ਠਾਠਾ ਬੰਦੂਕਾਂ ਚੱਲਣ ਦੀ ਆਵਾਜ਼ ਆਵੇਗੀ, ਅਸਮਾਨ ਪਾੜ ਦੇਣ ਵਾਲੀ ਇੱਕ ਲੇਰ ਤੇ ਫਿਰ ਸਭ ਕੁਝ ਖਤਮ। ਪਰ ਹੁਣ ਤਾਂ ਉਸ ਧਰਤੀ ਤੋਂ ਬਹੁਤ ਦੂਰ ਆ ਬੈਠੀ ਹਾਂ, ਸੈਂਕੜੇ ਨਹੀਂ ਹਜ਼ਾਰਾਂ ਕੋਹਾਂ ਦੂਰ। 8-9 ਸਾਲ ਤਾਂ ਉੱਥੋਂ ਆਇਆਂ ਨੂੰ ਵੀ ਹੋ ਗਏ ਨੇ। ਸੋਚਿਆ ਤਾਂ ਸੀ ਇਸ ਭਿਆਨਕ ਸੁਪਨੇ ਨੂੰ ਸਦਾ ਲਈ ਪਿੱਛੇ ਛੱਡ ਆਈ ਹਾਂ, ਆਪਣੇ ਅਤੀਤ ਨੂੰ ਪਿੱਛੇ ਛੱਡ ਆਈ ਹਾਂ। ਪਰ ਜਾਪਦਾ ਹੈ ਮੇਰਾ ਤਾਂ ਸਿਰਫ ਵਜੂਦ ਹੀ ਆਇਆ ਹੈ ਇੱਥੇ, ਰੂਹ ਤਾਂ ਪਤਾ ਨਹੀਂ ਪਿੱਛੇ ਹੀ ਕਿਧਰੇ ਰਹਿ ਗਈ ਹੈ। ਤੇ ਇਹ ਸੁਪਨਾ ਵੀ ਤਾਂ ਅਤੀਤ ਦਾ ਹੀ ਇੱਕ ਅੰਗ ਬਣ ਕੇ ਜ਼ਿੰਦਗੀ ਵਿੱਚ ਅੜ ਖਲੋਤਾ ਹੈ। ਜਿਸ ਰਾਤੇ ਪੰਮਾ ਗੋਲੀਆਂ ਨਾਲ ਭੁੰਨਿਆ ਗਿਆ ਸੀ ਆਪਣੇ ਹੀ ਘਰ ਦੀ ਸਰਦਲ ਦੇ ਐਨ ਸਾਹਮਣੇ, ਉਸ ਰਾਤ ਘੜੀ ਕੁ ਪਹਿਲਾਂ ਹੀ ਚਿੱਟੀ ਕਾਲੀ ਡੱਬ ਖੜੱਬੀ ਜੱਤ ਵਾਲੀ ਬਿੱਲੀ ਕੋਹ ਹੁੰਦੀ ਵੇਖੀ ਸੀ। ਟਿਕੀ ਰਾਤੇ ਰੌਲਾ ਸੁਣ ਕੇ ਮੈਂ ਭੱਜ ਕੇ ਬਾਰੀ ਕੋਲ ਜਾ ਖਲੋਤੀ ਸਾਂ। ਗਲੀ ਵਿੱਚ 4-5 ਕੁੱਤੇ ਬਿੱਲੀ ਦੀਆਂ ਅੰਦਰਾਂ ਧੋਈ ਫਿਰਦੇ ਸਨ। ਚੀਕ ਨਿਕਲ ਜਾਣ ਦੇ ਡਰੋਂ ਝੱਟ ਬਾਰੀ ਬੰਦ ਕਰ ਦਿੱਤੀ ਸੀ। ਅਜੇ ਤੱਕ ਵੱਜਦਾ ਕਾਲਜਾ ਵੱਸ ਵਿੱਚ ਨਹੀਂ ਸੀ ਆਇਆ ਜਦ ਤਾੜ ਗੋਲੀਆਂ ਚੱਲਣ ਦੀ ਆਵਾਜ਼ ਤੇ ਨਾਲ ਹੀ ਪੰਮੇ ਦੀ ਦਿਲ ਚੀਰਵੀਂ ਜਾਂਗਰ। ਤੇ ਫੇਰ ਜਦ ਤੱਕ ਦਮੇ ਦੀ ਮਾਰੀ ਹੋਈ ਤਾਈ ਬਸੰਤ ਕੌਰ ਨੇ ਘਰ ਦਾ ਬਾਹਰਲਾ ਦਰਵਾਜ਼ਾ ਖੋਲ੍ਹਿਆ ਸੀ, ਪਤਾ ਨਹੀਂ ਕਿੰਨੇ ਜਣੇ 3-4 ਪੰਮੇ ਨੂੰ ਧੂਈ ਜਾਂਦੇ ਨਜ਼ਰ ਆਏ ਸਨ। ਜਾਂ ਉਸ ਦੀਆਂ ਬੁੱਢੀਆਂ ਅੱਖਾਂ ਨੂੰ ਸਿਰਫ ਝੌਲਾ ਜਿਹਾ ਹੀ ਪਿਆ ਸੀ, ਪਰ ਉਸ ਦੀਆਂ ਅੰਦਰਾਂ ਨੂੰ ਤਾਂ ਝੌਲਾ ਨਹੀਂ ਸੀ ਪਿਆ। ਉਹ ਕਿੰਨਾ ਚਿਰ ਉੱਚੀ ਉੱਚੀ ਰੌਲਾ ਪਾਉਂਦੀ ਲੇਰਾਂ ਮਾਰਦੀ ਰਹੀ ਸੀ, ਵੇ ਲੋਕੋ ਬਚਾਇਓ ਮੇਰੇ ਪੰਮੇ ਨੂੰ, ਰੱਬਾ ਬੌੜੀ ਵੇ। ਪਰ ਕੋਈ ਵੀ ਨਹੀਂ ਸੀ ਬੌੜਿਆ, ਨਾ ਰੱਬ। जी हाँ जी, पढ़ते जाओ। ओके। ਵੇ ਲੋਕੋ ਬਚਾਇਓ ਕੋਈ ਮੇਰੇ ਪੰਮੇ ਨੂੰ, ਰੱਬਾ ਬੌੜੀ ਵੇ। ਪਰ ਕੋਈ ਵੀ ਨਹੀਂ ਸੀ ਬੌੜਿਆ, ਨਾ ਰੱਬ ਤੇ ਨਾ ਕੋਈ ਹੋਰ। ਸਾਰੇ ਆਪੋ ਆਪਣੇ ਅੰਦਰ ਹੀ ਸੁੱਤੇ ਰਹੇ ਸਨ ਜਾਂ ਸੁੱਤੇ ਹੋਏ ਹੋਣ ਦਾ ਬਹਾਨਾ ਕਰਦੇ ਰਹੇ ਸਨ। ਮੈਂ ਵੀ ਤਾਂ ਆਪਣੇ ਢਿੱਡ ਨਾਲ ਗੋਡੇ ਜੋੜੀ ਸਹਿਮ ਕੇ ਬੈਠੀ ਰਹੀ ਸਾਂ। ਸਾਡੇ ਘਰ ਤੋਂ ਪੰਮੇ ਹੋਰਾਂ ਦੇ ਘਰਾਂ ਦੀ 10 ਕਦਮਾਂ ਦੀ ਦੂਰੀ ਸੈਂਕੜੇ ਮੀਲਾਂ ਤੋਂ ਵੀ ਵੱਧ ਗਈ ਜਾਪਦੀ ਸੀ। ਇੱਕਦਮ ਕਿੰਨਾ ਕੁਝ ਹੀ ਤਾਂ ਵਾਪਰ ਗਿਆ ਸੀ। ਬਿੱਲੀਆਂ ਦੇ ਲੜਨ ਦੀ ਭਿਆਨਕ ਆਵਾਜ਼, ਕੁੱਤਿਆਂ ਦੀ ਵਹਿਸ਼ੀਆਨਾ ਖੋਹ ਮਾਈ, ਬੰਦੂਕਾਂ ਦੀ ਦਹਾੜ ਤੇ ਤਾਈ ਬਸੰਤ ਕੌਰ ਦਾ ਵਰਲਾਪ, ਜੋ ਪਹਿਲਾਂ ਸਿਸਕੀਆਂ ਵਿੱਚ ਬਦਲਿਆ ਤੇ ਫਿਰ ਉਹ ਅਸਲੋਂ ਹੀ ਚੁੱਪ ਹੋ ਗਈ ਸੀ। ਪਰ ਉਸਦੀਆਂ ਚੀਕਾਂ ਆਲੇ ਦੁਆਲੇ ਦਾ ਹੀ ਇੱਕ ਹਿੱਸਾ ਬਣ ਕੇ ਹਵਾ ਵਿੱਚ ਕਿਧਰੇ ਠਹਿਰ ਗਈਆਂ ਸਨ। ਤੜਕੇ ਦਿਨ ਦੇ ਚੜਾਅ ਨਾਲ ਪਹਿਲਾਂ ਸਾਹਮਣੇ ਘਰ ਵਾਲਾ ਜਗੀਰਾ ਬਾਹਰ ਨਿਕਲਿਆ ਸੀ ਤੇ ਫਿਰ ਉਸਦੀ ਵੇਖਾ ਵੇਖੀ ਬਾਕੀ ਦੇ ਵੀ ਖੇਸਾਂ ਦੀਆਂ ਬੁੱਕਲਾਂ ਮਾਰੀ ਪੰਮੇ ਹੋਰਾਂ ਦੇ ਘਰ ਵੱਲ ਨੂੰ ਤੁਰ ਪਏ ਸਨ, ਜਿੱਥੇ ਘਰ ਦੀ ਸਰਦਲ ਤੋਂ ਲੈ ਕੇ ਲਹੂ ਦੀ ਲਕੀਰ ਗਲੀ ਦੇ ਮੋੜ ਤੱਕ ਹੁਣ ਸੁੱਕਣ ਤੇ ਆਈ ਹੋਈ ਸੀ। ਤਾਈ ਬਸੰਤ ਕੌਰ ਅਜੇ ਵੀ ਬਰੂਹਾਂ ਵਿੱਚ ਬੈਠੀ ਠੰਡ ਨਾਲ ਆਕੜੀ ਪਈ ਸੀ। ਤੀਜੇ ਚੌਥੇ ਦਿਨ ਅਖਬਾਰਾਂ ਵਿੱਚ ਸੁਰਖੀ ਛਪ ਗਈ, ਪਰਮਜੀਤ ਸਿੰਘ ਪੰਮਾ ਨਾਂ ਦਾ ਖਤਰਨਾਕ ਅੱਤਵਾਦੀ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ। ਸੋਚ ਕੇ ਮੇਰੀ ਸੋਚਣ ਸ਼ਕਤੀ ਜਵਾਬ ਦੇਣ ਲੱਗ ਪਈ ਸੀ ਕਿ ਏਦਾਂ ਦੇ ਹੁੰਦੇ ਨੇ ਪੁਲਿਸ ਮੁਕਾਬਲੇ। ਤੇ ਮੈਂ ਸਾਰੀ ਦੀ ਸਾਰੀ ਕੰਬ ਉੱਠੀ ਸਾਂ। ਕਿਤੇ ਦੀਪ ਤੇ ਸੁੱਖ ਨਾਲ ਵੀ ਨਾ ਇਸੇ ਤਰ੍ਹਾਂ ਹੋਵੇ, ਕਿਤੇ ਉਹ ਵੀ ਨਾ ਇਸ ਤਰ੍ਹਾਂ ਦੇ ਪੁਲਿਸ ਮੁਕਾਬਲੇ ਦਾ ਸ਼ਿਕਾਰ ਹੋ ਜਾਣ।
ਪਰ ਉਦੋਂ ਤਾਂ ਉਦੋਂ ਦੀਆਂ ਗੱਲਾਂ ਸਨ। ਦੀਪ ਤੇ ਸੁੱਖ ਘਰੋਂ ਬੇਘਰ ਹੋਏ ਫਿਰਦੇ ਸਨ। ਝੋਰਿਆਂ ਦੀ ਮਾਰ ਨੇ ਬੇਜੀ ਨੂੰ ਮੰਜੇ ਤੇ ਪਾ ਛੱਡਿਆ ਸੀ ਤੇ ਬਾਪੂ ਜੀ ਜਿਵੇਂ ਕਿਸੇ ਦੀ ਸੁਰਤ ਹੀ ਗਵਾਚ ਗਈ ਹੋਵੇ, ਡੌਰ ਭੌਰੇ ਜਿਹੇ ਖੂਹ ਤੋਂ ਘਰ ਤੇ ਘਰ ਤੋਂ ਖੂਹ ਵੱਲ ਨੂੰ ਬੇਮਤਲਬ ਹੀ ਗੇੜੇ ਕੱਢਦੇ ਰਹਿੰਦੇ ਸਨ। ਉਦੋਂ ਤਾਂ ਡਰ ਨਾਲ ਕੰਬ ਜਾਣਾ ਸੁਭਾਵਕ ਹੀ ਸੀ। ਉਦੋਂ ਤਾਂ ਮਨ ਦੇ ਅੰਦਰ ਕਿਤੇ ਨਾ ਕਿਤੇ ਕੋਈ ਆਸ ਦੀ ਚਿਣਗ ਲੁਕਾਈ ਬੈਠੀ ਸਾਂ। 4-5 ਵਰਿਆਂ ਦਾ ਸੀ ਨਵਰਾਜ ਉਦੋਂ। ਕਿੰਨੀ ਜਿੱਦ ਕਰਦਾ ਹੁੰਦਾ ਸੀ ਉਹਨਾਂ ਦਿਨਾਂ ਵਿੱਚ, ਅਖੇ ਪਾਪਾ ਨਾਲ ਹੀ ਰੋਟੀ ਖਾਣੀ ਆ ਜਾਂ ਸੁੱਖ ਚਾਚੇ ਨਾਲ ਹੀ ਬਾਹਰ ਨੂੰ ਜਾਣਾ ਹੈ। ਤੇ ਮੈਂ ਕਦੇ ਕੋਈ ਤੇ ਕਦੇ ਕੋਈ ਬਹਾਨਾ ਕੱਢਦਿਆਂ ਆਪਣੇ ਆਪ ਨੂੰ ਅੰਦਰ ਬਾਹਰ ਲੁਕਾਉਂਦੀ ਫਿਰਦੀ ਤੇ ਨਵਰਾਜ ਆਪਣੀ ਜਿੱਦ ਭੁੱਲ ਕੇ ਹੈਰਾਨ ਜਿਹਾ ਹੋਇਆ ਪਹਿਲਾਂ ਤਾਂ ਟਿਕ ਲਾ ਕੇ ਮੇਰੇ ਮੂੰਹ ਵੱਲ ਵੇਖਦਾ ਤੇ ਫਿਰ ਆਖਦਾ, ਮੰਮੀ ਨਾ ਰੋ, ਮੈਂ ਵੱਡਾ ਹੋ ਕੇ ਪਾਪਾ ਨੂੰ ਲੈ ਆਉਂਗਾ ਤੇ ਨਾਲੇ ਚਾਚੇ ਨੂੰ ਵੀ। ਤੇ ਫਿਰ ਇੱਕ ਦਿਨ ਸੱਚਮੁੱਚ ਹੀ ਸੁੱਖ ਘਰ ਆਇਆ ਸੀ, ਹਨੇਰੀ ਰਾਤ ਦੇ ਓਹਲੇ ਵਿੱਚ ਲੁਕਦਾ ਲੁਕਾਉਂਦਾ। ਕੋਈ ਕਣੀ ਪੈ ਰਹੀ ਸੀ ਉਸ ਰਾਤ। ਅਜੇ ਆਪਣਾ ਤੇ ਰਾਜੂ ਦਾ ਮੰਜਾ ਬਰਾਂਡੇ ਵਿੱਚ ਕਰਕੇ ਹਟੀ ਸਾਂ ਜਾਂ ਚੇਤਾ ਆਇਆ ਕਿ ਦੁੱਧ ਵਾਲੀ ਭੜੋਲੀ ਤੋਂ ਢੱਕਣਾ ਹੀ ਭੁੱਲ ਗਈ। ਭੜੋਲੀ ਉੱਤੇ ਪਰਾਤ ਮੁੱਧੀ ਮਾਰ ਕੇ ਜੇ ਮੁੜਨ ਨਹੀਂ ਲੱਗੀ ਸਾਂ ਜਦ ਕੰਨਾਂ ਨੂੰ ਝੋਲਾ ਪਿਆ, ਜਿਵੇਂ ਕਿਸੇ ਨੇ ਹੌਲੀ ਦਰਵਾਜ਼ਾ ਠਕੋਰਿਆ ਹੋਵੇ। ਡਰ ਨਾਲ ਉੱਥੇ ਹੀ ਪੱਥਰ ਹੋ ਗਈ ਸਾਂ। ਪਰ ਧੀਮੀ ਜਿਹੀ ਆਵਾਜ਼, ਬਾਪੂ ਜੀ, ਬੀਰੀ ਭਾਬੀ, ਸੁਣ ਕੇ ਕਾਹਲੀ ਦਰਵਾਜ਼ੇ ਵੱਲ ਨੂੰ ਉੱਠ ਨੱਠੀ। ਸੁੱਖ ਤੂੰ ਐਸ ਵੇਲੇ? ਉਸ ਨੂੰ ਅੰਦਰ ਲਗਾ ਕੇ ਕਾਹਲੀ ਨਾਲ ਦਰਵਾਜ਼ਾ ਬੰਦ ਕੀਤਾ। ਸੁੱਖ ਤੇਰਾ ਵੀਰ ਕਿੱਥੇ ਆ? ਪੁੱਛਣ ਤੋਂ ਪਹਿਲਾਂ ਹੀ ਸੁੱਖ ਨੇ ਆਖਿਆ ਸੀ, ਭਾਬੀ ਵੀਰ ਨੇ ਵੀ ਇੱਕ ਦਿਨ ਆਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਪੁਲਿਸ ਹਲਕੇ ਕੁੱਤੇ ਵਾਂਗਰ ਪਿੰਡ ਵਿੱਚ ਭੱਜੀ ਫਿਰਦੀ ਸੀ ਤੇ ਉਹਨੂੰ ਬਾਹਰੋਂ ਹੀ ਮੁੜਨਾ ਪਿਆ। ਬਾਪੂ ਜੀ ਕਿੱਥੇ ਆ ਤੇ ਨਾਲੇ ਬੇਜੀ? ਸੁੱਖ ਕਾਹਲੀ ਆਸੇ ਪਾਸੇ ਨਜ਼ਰ ਮਾਰਦਿਆਂ ਪੁੱਛ ਰਿਹਾ ਸੀ। ਕਿੰਨਾ ਔਖਾ ਲੱਗਾ ਸੀ ਸੁੱਖ ਨੂੰ ਦੱਸਣਾ ਕਿ ਬੇਜੀ ਤਾਂ ਪਰਸੋਂ ਦੇ ਹਸਪਤਾਲ ਪਏ ਨੇ ਤੇ ਭੂਆ ਜੀ ਤੇ ਬਾਪੂ ਜੀ ਭੂਆ ਤੇ ਜੋ ਉਹਨੂੰ ਲੈਣ ਗਏ ਹੋਏ ਆ। ਸੁਣ ਕੇ ਸੁੱਖ ਦਾ ਹੌਕਾ ਨਿਕਲ ਗਿਆ ਸੀ। ਕਿੰਨਾ ਚੰਗਾ ਹੁੰਦਾ ਜੇ ਅੱਜ ਉਹਨਾਂ ਨੂੰ ਵੀ ਮਿਲ ਲੈਂਦਾ ਤੇ ਫੇਰ ਪਤਾ ਨਹੀਂ ਕਦੋਂ। ਨਾ ਸੁੱਖ ਤੂੰ ਹਸਪਤਾਲ ਨਾ ਜਾਵੀਂ, ਮੈਂ ਅੱਪੜਵਾਹੇ ਬੋਲ ਉੱਠੀ ਸਾਂ। ਕੀ ਪਤਾ ਉੱਥੇ ਪੁਲਿਸ ਘਾਤ ਲਾਈ ਬੈਠੀ ਹੋਵੇ। ਸੁੱਖ ਤਰਬਕ ਜਿਹਾ ਗਿਆ ਸੀ। ਭਰ ਆਈਆਂ ਅੱਖਾਂ ਲੁਕਾਉਂਦਿਆਂ ਸੁੱਤੇ ਪਏ ਨਵਰਾਜ ਦਾ ਸਿਰ ਪਲੋਸਣ ਲੱਗ ਪਿਆ ਸੀ ਤੇ ਰਾਜੂ ਅੱਖਾਂ ਮਲਦਾ ਉੱਠ ਕੇ ਚਾਚੇ ਦੇ ਗਲ ਨੂੰ ਚੰਬੜ ਗਿਆ। ਮੈਂ ਨਹੀਂ ਬੋਲਣਾ ਤੁਹਾਡੇ ਨਾਲ ਤੇ ਨਾਲੇ ਤੇ ਪਾਪਾ ਨਾਲ। ਇੰਨਾ ਚਿਰ ਘਰ ਕਿਉਂ ਨਹੀਂ ਆਏ? ਤੇ ਸੁੱਖ ਨੀਵੀਂ ਪਾਈ ਉਹਨੂੰ ਗੋਦੀ ਵਿੱਚ ਲੈ ਕੇ ਬੈਠਾ ਰਿਹਾ। ਰਾਜੂ ਜਿਵੇਂ ਕਿਸੇ ਤਸੱਲੀ ਜਿਹੀ ਵਿੱਚ ਝਾਟੀ ਫੇਰ ਸੌਂ ਗਿਆ ਸੀ। ਕਿੰਨਾ ਜ਼ੋਰ ਲਾਇਆ ਸੀ ਮੈਂ ਸੁੱਖ ਨੂੰ ਕਿ ਹੁਣੇ ਤਾਜ਼ੀ ਰੋਟੀ ਲਾ ਦਿੰਨੀ ਆ, ਪਰ ਉਸਨੇ ਜਾਗ ਲੱਗੇ ਹੋਏ ਦੁੱਧ ਦਾ ਹੀ ਗਲਾਸ ਪੀ ਲਿਆ ਸੀ। ਜਿਵੇਂ ਘਰ ਵਿੱਚ ਉਸ ਵੇਲੇ ਚੁੱਲ੍ਹਾ ਬਾਲਣ ਤੋਂ ਖੌਫ ਆਉਂਦਾ ਹੋਵੇ, ਜਿਵੇਂ ਚਾਨਣ ਤੋਂ ਉਸਨੂੰ ਖੌਫ ਆਉਂਦਾ ਹੋਵੇ। ਕਿ ਉਹ ਹਨੇਰਿਆਂ ਵਿੱਚ ਜਿਉਣ ਦੇ ਆਦੀ ਹੋ ਗਏ ਸਨ, ਕਿ ਉਹ ਚੋਰਾਂ ਵਾਂਗਰ ਜਿਉਣ ਲੱਗ ਪਏ ਸਨ। ਸੁੱਖ ਦੀ ਤਾਂ ਸ਼ਕਲ ਹੀ ਬਦਲ ਗਈ ਜਾਪਦੀ ਸੀ। ਨਿਆਣਿਆਂ ਵਰਗੀ ਮਾਸੂਮੀਅਤ ਜੋ ਉਸਦੇ ਚਿਹਰੇ ਤੇ ਹੋਇਆ ਕਰਦੀ ਸੀ ਤੇ ਬਾਲਾਂ ਵਾਂਗਰ ਨਿੱਕੀ ਸ਼ਰਾਰਤ ਜਿਹੀ ਅੱਖਾਂ ਵਿੱਚੋਂ ਪਤਾ ਨਹੀਂ ਕਿੱਥੇ ਅਲੋਪ ਹੋ ਗਈ ਸੀ। ਹੁਣ ਤਾਂ ਉਸਦੇ ਮੂੰਹ ਵੱਲ ਵੇਖਿਆ ਇੰਝ ਲੱਗਦਾ ਸੀ ਜਿਵੇਂ ਉਸਦੇ ਨਕਸ਼ ਪਥਰਾ ਗਏ ਹੋਣ। ਕਿੰਨਾ ਬਦਲ ਕੇ ਰੱਖ ਦਿੱਤਾ ਸੀ ਉਸਨੂੰ ਹਾਲਾਤ ਨੇ। ਕਿ ਦੀਪ ਦੀ ਸ਼ਕਲ ਵੀ ਇੰਨੀ ਬਦਲ ਚੁੱਕੀ ਹੋਵੇਗੀ ਕਿ ਉਸਦੇ ਚਿਹਰੇ ਤੋਂ ਵੀ ਮੁਸਕਰਾਹਟ ਗਵਾਚ ਗਈ ਹੋਵੇਗੀ। 6 ਮਹੀਨਿਆਂ ਤੋਂ ਵੀ ਉੱਪਰ ਹੋ ਗਿਆ ਸੀ ਦੋਵਾਂ ਨੂੰ ਘਰੋਂ ਗਿਆ ਤੇ ਉਹਨਾਂ ਦੇ ਨਾਲ ਹੀ ਪਤਾ ਨਹੀਂ ਕਿੱਥੇ ਚਲੇ ਗਏ ਸਨ ਉਹ ਹਾਸੇ ਜੋ ਇਸ ਵਿਹੜੇ ਵਿੱਚ ਗੁੰਜਿਆ ਕਰਦੇ ਸਨ ਤੇ ਉਹ ਖੇੜਾ ਜੋ ਫੁੱਲਾਂ ਵਾਂਗਰ ਖਿੜਿਆ ਰਹਿੰਦਾ ਸੀ ਇਸ ਘਰ ਦੇ ਅੰਦਰ। ਸੁੱਖ ਕਿੰਨਾ ਚਿਰ ਸੁੱਤੇ ਪਏ ਨਵਰਾਜ ਨੂੰ ਗੋਦੀ ਵਿੱਚ ਲਈ ਬੈਠਾ ਰਿਹਾ ਸੀ। ਉਸਦਾ ਧਿਆਨ ਬਾਰ-ਬਾਰ ਬਾਹਰਲੇ ਦਰਵਾਜ਼ੇ ਵੱਲ ਜਾਂਦਾ, ਆਪਣੇ ਹੀ ਘਰ ਵਿੱਚ ਚੋਰਾਂ ਵਾਂਗਰ ਦਾਖਲ ਹੋਇਆ ਸੀ। ਕਿੰਨਾ ਬੇਚੈਨ ਜਿਹਾ ਜਾਪਦਾ ਸੀ, ਜਿਵੇਂ ਉਸਦੇ ਅੰਦਰ ਕੁਝ ਉੱਬਲ ਰਿਹਾ ਹੋਵੇ, ਜਿਵੇਂ ਹੁਣੇ ਹੀ ਸਾਰਾ ਕੁਝ ਲਾਵੇ ਵਾਂਗਰ ਫੁੱਟ ਕੇ ਬਾਹਰ ਆ ਜਾਵੇਗਾ। ਤੇ ਮੇਰਾ ਹੌਸਲਾ ਹੀ ਨਹੀਂ ਸੀ ਪਿਆ ਉਸਨੂੰ ਫੇਰ ਪੁੱਛਣ ਦਾ ਕਿ ਤੇਰਾ ਵੀਰ ਕਿਉਂ ਨਹੀਂ ਆਇਆ ਨਾਲ। ਪਰ ਫੇਰ ਇੱਕਦਮ ਪੰਮੇ ਦਾ ਧਿਆਨ ਆਉਂਦਿਆਂ ਮੇਰਾ ਕਾਲਜਾ ਕੰਬ ਉੱਠਿਆ ਸੀ ਕਿ ਉਹ ਵੀ ਸ਼ਾਇਦ ਇਸੇ ਤਰ੍ਹਾਂ ਆਪਣੀ ਮਾਂ ਨੂੰ ਮਿਲਣ ਆਇਆ ਹੋਵੇਗਾ ਅੱਧੀ ਰਾਤੇ ਆਪਣੇ ਹੀ ਘਰ, ਜਿੱਥੇ ਮੌਤ ਘਾਤ ਲਾਈ ਬੈਠੀ ਸੀ। ਇੱਕ ਅਣਜਾਣੇ ਡਰ ਨਾਲ ਮੇਰਾ ਜਿਵੇਂ ਤਾਲੂ ਸੁੱਕ ਗਿਆ ਹੋਵੇ। ਮੇਰੇ ਮੂੰਹ ਵਿੱਚੋਂ ਕਿੰਨਾ ਚਿਰ ਕੋਈ ਗੱਲ ਨਹੀਂ ਸੀ ਨਿਕਲੀ। ਅਖੀਰ ਸੁੱਖ ਨੇ ਹੀ ਗੱਲ ਸ਼ੁਰੂ ਕੀਤੀ। ਬੀਰੀ ਭਾਬੀ, ਦੇਖ ਕੀ ਦਾ ਕੀ ਹੋ ਗਿਆ। ਭਲਾ ਕਦੇ ਸੋਚਿਆ ਸੀ ਕਿ ਇੰਝ ਵੀ ਹੋ ਸਕਦਾ ਹੈ? ਪਰ ਕਦੋਂ ਤੱਕ ਚੱਲੇਗਾ ਇਹ ਨਾਦਰਸ਼ਾਹੀ ਸਿਲਸਿਲਾ? ਪੁਲਿਸ ਦੇ ਮੂੰਹ ਨਾਲ ਤਾਂ ਰਿਸ਼ਵਤ ਦਾ ਲਹੂ ਲੱਗਾ ਹੋਇਆ ਹੈ ਤੇ ਹਾਕਮਾਂ ਦੇ ਮੂੰਹਾਂ ਨੂੰ ਕੁਰਸੀ ਦਾ। ਸੁੱਖ ਆਪ ਮੁਹਾਰੇ ਗੱਲਾਂ ਕਰੀ ਜਾ ਰਿਹਾ ਸੀ। ਬੇਜੀ ਕਿਵੇਂ ਆਖਦੇ ਰਹਿੰਦੇ ਸੀ, ਉਹ ਤਾਂ ਨਿਉ ਕੇ ਜੀ ਲਓ, ਕਿਸੇ ਦੀਆਂ ਨਜ਼ਰਾਂ ਹੇਠ ਨਾ ਆਇਓ। ਪਰ ਬੀਜੀ ਵਿਚਾਰਿਆਂ ਨੂੰ ਕੀ ਪਤਾ, ਜੇ ਨਿਉ ਕੇ ਜੀਂਦੇ ਆ ਤਾਂ ਪੈਰਾਂ ਹੇਠ ਮਧੋਲੇ ਜਾਂਦੇ ਆ। ਜੇ ਸਿਰ ਉੱਚਾ ਕਰਕੇ ਜਿਉਣ ਦੀ ਕੋਸ਼ਿਸ਼ ਕਰਦੇ ਆ ਤਾਂ ਗੋਲੀਆਂ ਦੇ ਨਿਸ਼ਾਨੇ ਸਿੱਧੇ ਸਿਰ ਵੱਲ ਨੂੰ ਆਉਂਦੇ ਹਨ। ਮੈਂ ਕਿਵੇਂ ਜਰ ਲੈਂਦਾ ਜੋ ਅਨਰਥ ਉਹਨਾਂ ਰੂਪ ਨਾਲ ਕੀਤਾ। ਮੇਰੀਆਂ ਅੱਖਾਂ ਸਾਹਮਣੇ ਰੂਪ ਦਾ ਖਿੜਿਆ ਚਿਹਰਾ ਆ ਗਿਆ। ਰੂਪ ਪੰਮੇ ਦੇ ਮਾਮੇ ਦੀ ਧੀ ਸੁੱਖ ਤੇ ਪੰਮੇ ਨਾਲ ਹੀ ਕਾਲਜ ਪੜ੍ਹਦੀ ਸੀ। ਜਦੋਂ ਵੀ ਆਉਂਦੀ ਸਾਡੇ ਪਰਿਵਾਰ ਵਿੱਚ ਇੰਝ ਰਚ ਮਚ ਜਾਂਦੀ ਜਿਵੇਂ ਪਰਿਵਾਰ ਦਾ ਹੀ ਅੰਗ ਹੋਵੇ
ਤੇ ਫਿਰ ਸੱਚਮੁੱਚ ਹੀ ਅਗਲੇ ਹਾੜ ਵਿੱਚ ਉਸ ਪਰਿਵਾਰ ਦਾ ਹੀ ਅੰਗ ਬਣ ਜਾਣਾ ਸੀ। ਰੂਪ ਤੇ ਸੁੱਖ ਦੀ ਜੋੜੀ ਹੰਸਾਂ ਦੀ ਜੋੜੀ ਵਰਗੀ। ਤੇ ਫਿਰ ਕਹਿਰ ਵਾਪਰ ਗਿਆ ਸੀ। 84 ਦੇ ਘੱਲੂਘਾਰੇ ਪਿੱਛੋਂ ਫੜੋ ਫੜਾਈ ਜਾ ਰਹੀ ਸੀ। ਇੱਕ ਰਾਤੇ ਕੁਝ ਅਣਪਛਾਤੇ ਹਥਿਆਰਬੰਦ ਰੂਪ ਹੋਰਾਂ ਦੇ ਘਰੋਂ ਦਾਲ ਰੋਟੀਆਂ ਪਕਵਾ ਕੇ ਲੈ ਗਏ ਤੇ ਅਗਲੇ ਦਿਨ ਤੜਕੇ ਹੀ ਪੁਲਿਸ ਨੇ ਘੇਰਾ ਪਾਇਆ ਸੀ ਉਹਨਾਂ ਦੇ ਘਰ ਦੁਆਲੇ। ਉਤਰੇ ਹੋਏ ਪੁਲਸੀਆਂ ਨੇ ਰੂਪ ਨੂੰ ਵੀ ਰਾਤ ਥਾਣੇ ਵਿੱਚ ਰੱਖ ਲਿਆ ਸੀ ਤੇ ਜੱਗੋਂ ਬਾਹਰ ਕਹਿ ਹਟਾਉਂਦੇ ਰਹੇ ਸਨ ਉਹ ਸੁੱਤੇ। ਤੇ ਨਾਲ ਹੀ ਸੁੱਖ ਤੇ ਪੰਮਾ ਦੋਵੇਂ ਇੰਜ ਹੋ ਗਏ ਸਨ ਜਿਵੇਂ ਸੁੱਤੇ ਪਏ ਸ਼ੇਰ ਦੇ ਢਿੱਡ ਵਿੱਚ ਕਿਸੇ ਨੇ ਲੱਤ ਮਾਰ ਦਿੱਤੀ ਹੋਵੇ। ਮੇਰੀ ਭਾਬੀ, ਮੈਂ ਤੁਹਾਨੂੰ ਵੀ ਸਾਰਿਆਂ ਨੂੰ ਮੁਸੀਬਤ ਵਿੱਚ ਪਾ ਦਿੱਤਾ। ਮੇਰੇ ਕਰਕੇ ਹੀ ਉਹਨਾਂ ਬਾਪੂ ਜੀ ਤੇ ਵੀਰ ਉੱਤੇ ਤਸ਼ੱਦਦ ਕੀਤਾ। ਸੁੱਖ ਦੀ ਗੱਲ ਸੁਣ ਕੇ ਵਾਪਸ ਪਰਤੀ। ਪਤਾ ਨਹੀਂ ਕਿੱਥੇ ਗਵਾਚ ਗਈ ਸਾਂ। ਉਸਦੀ ਆਵਾਜ਼ ਧੀਮੀ ਠਹਿਰੀ ਹੋਈ, ਜਿਵੇਂ ਗਲੇ ਵਿੱਚੋਂ ਨਹੀਂ ਤੁਰ ਅੰਦਰੋਂ ਉਸਦੇ ਦਿਲ ਵਿੱਚੋਂ ਆ ਰਹੀ ਹੋਵੇ। ਉਸਦੀਆਂ ਅੱਖਾਂ ਦੀਆਂ ਪੁਤਲੀਆਂ ਜਿਵੇਂ ਇੱਕੋ ਜਗ੍ਹਾ ਠਹਿਰ ਗਈਆਂ ਹੋਣ ਤੇ ਫਿਰ ਉਸਦੇ ਮੱਥੇ ਉੱਤੇ ਤਿਉੜੀ ਉੱਭਰਨ ਲੱਗ ਪਈ ਸੀ। ਉਸਦੀ ਆਵਾਜ਼ ਵਿੱਚ ਰੋਹ ਭਰਨਾ ਸ਼ੁਰੂ ਹੋ ਗਿਆ। ਮੱਥੇ ਦੀ ਤਿਉੜੀ ਅੱਗ ਦੀ ਲਾਟ ਵਾਂਗਰ ਬਲਦੀ ਜਾਪੀ ਤੇ ਉਸਦੇ ਮੂੰਹੋਂ ਨਿਕਲੀ ਹਰ ਗੱਲ ਚੰਗਿਆੜੇ ਵਾਂਗਰ ਫੁੱਟਣ ਲੱਗੀ। ਵੀਰੀ ਭਾਬੀ, ਤੂੰ ਹੀ ਦੱਸ ਗਾ ਵੀਰਾ, ਕਦੇ ਕਿਸੇ ਨੂੰ ਕੋਈ ਦੁੱਖ ਦਿੱਤਾ ਹੋ ਉਹਨੇ ਤੇ ਉਹਦੇ ਸਿਰ ਦਾ ਮੁੱਲ ਰੱਖ ਦਿੱਤਾ 50 ਲੱਖ ਰੁਪਏ। ਸਕੂਲ ਵਿੱਚ ਮੁੰਡੇ ਜਿੰਨੀ ਉਹਦੀ ਇੱਜ਼ਤ ਕਰਦੇ ਨੇ ਕਦੇ ਕਿਸੇ ਹੋਰ ਟੀਚਰ ਦੀ ਨਹੀਂ ਕੀਤੀ ਹੋਣੀ। ਅੱਤਵਾਦੀ ਤਾਂ ਪੁਲਿਸ ਆਪ ਹੈ, ਬੇਖਲਾਕੇ ਰਿਸ਼ਵਤਖੋਰੇ। ਉਹਨਾਂ ਕਿੰਨੀ ਵਾਰ ਵੀਰ ਨੂੰ ਫੜਿਆ ਤੇ ਪੈਸੇ ਲੈ ਕੇ ਛੱਡਿਆ। ਅਖੀਰ ਉਹਨੂੰ ਵੀ ਘਰੋਂ ਦੌੜਨਾ ਪਿਆ। ਬਾਪੂ ਜੀ ਦੀ ਦਾੜੀ ਦੇ ਇੱਕ ਇੱਕ ਵਾਲ ਦਾ ਬਦਲਾ ਮੈਂ ਲੈ ਕੇ ਰਹਾਂਗਾ। ਮਰਨਾ ਤਾਂ ਹੈ ਹੀ ਹੈ। ਕਿਉਂ ਨਾ ਉਸ ਕੁੱਤੇ ਥਾਣੇਦਾਰ ਦਾ ਸਿਰ ਲਾ ਕੇ ਮਰਾਂ ਜਿਸਨੇ ਰੂਪ ਨੂੰ। ਸੁੱਖ ਦੇ ਮੂੰਹੋਂ ਇਹੋ ਜਿਹੀਆਂ ਗੱਲਾਂ ਸੁਣ ਕੇ ਮੇਰਾ ਕਾਲਜਾ ਧੱਕ ਕਰਕੇ ਵੱਜਾ। ਕੋਈ ਅਨਹੋਣੀ ਹੋ ਜਾਣ ਦੇ ਡਰ ਨਾਲ ਮੈਂ ਕੰਬ ਉੱਠੀ ਸਾਂ। ਨਾ ਸੁੱਖ, ਨਾ ਮੇਰਾ ਵੀਰ, ਏਦਾਂ ਨਾ ਆਖ। ਤੁਹਾਡੇ ਤੋਂ ਬਿਨਾਂ ਅਸੀਂ ਕਿੱਥੋਂ ਜੋਗੇ ਰਹਿ ਜਾਵਾਂਗੇ। ਤੇ ਮੈਂ ਸੁੱਖ ਦਾ ਸਿਰ ਆਪਣੀ ਛਾਤੀ ਨਾਲ ਘੁੱਟ ਲਿਆ ਸੀ ਤੇ ਮੈਨੂੰ ਜਾਪਿਆ ਮੈਂ ਬੀਰੀ ਭਾਬੀ ਤੋਂ ਇੱਕਦਮ ਬੇਲੀ ਬਣ ਗਈ ਸਾਂ। ਰੋਹ ਨਾਲ ਗੱਲਾਂ ਕਰਦਾ ਕਰਦਾ ਸੁੱਖ ਇੱਕਦਮ ਨਿਆਣਾ ਜਿਹਾ ਜਾਪਣ ਲੱਗ ਪਿਆ ਸੀ। ਅੱਖਾਂ ਭਰ ਭਰ ਕੇ ਡੁੱਲਣ ਲੱਗੀਆਂ। ਗੁੱਸੇ ਤੇ ਰੋਹ ਨਾਲ ਭਰੀ ਆਵਾਜ਼ ਬੇਬਸੀ ਤੇ ਤਰਲੇ ਜਿਹੇ ਆਵਾਜ਼ ਵਿੱਚ ਬਦਲ ਗਈ। ਮੇਰੇ ਮੋਢੇ ਤੇ ਸਿਰ ਰੱਖ ਕੇ ਉਹ ਹੁਬਕੇ ਰੋਣ ਲੱਗ ਪਿਆ ਸੀ। ਸੁੱਖ ਦੇ ਪੈਰਾਂ ਹੇਠੋਂ ਧਰਤੀ ਦਾ ਟੁਕੜਾ ਜਿਵੇਂ ਕਿਸੇ ਨੇ ਹਜੂਕਾ ਮਾਰ ਕੇ ਖਿੱਚ ਲਿਆ ਹੋਇਆ ਸੀ ਤੇ ਜ਼ਮੀਨ ਮੇਰੇ ਪੈਰਾਂ ਹੇਠ ਵੀ ਕਿਹੜੀ ਹੈ ਸੀ। ਜ਼ਿੰਦਗੀ ਵਿੱਚੋਂ ਵਿਸ਼ਵਾਸ ਕੀਤੇ ਪਤਾਲ ਵਿੱਚ ਨਿੱਘਰਦਾ ਜਾ ਰਿਹਾ ਸੀ। ਹੁਬਕੀ ਰੋਂਦੇ ਸੁੱਖ ਨੂੰ ਕਿਵੇਂ ਦਿਲਾਸਾ ਦਿੰਦੀ ਮੈਂ। ਤੇ ਫਿਰ ਸੁੱਖ ਨੂੰ ਜਿਵੇਂ ਕਿਸੇ ਗੱਲ ਦਾ ਚੇਤਾ ਜਿਹਾ ਆ ਗਿਆ ਹੋਵੇ। ਅੱਖਾਂ ਪੁੰਝਦਾ ਆਖਣ ਲੱਗਾ, ਬੀਰੀ ਭਾਬੀ, ਕਈ ਵਾਰ ਮੈਨੂੰ ਇੰਜ ਆਪਣਾ ਆਪ ਉਸ ਫੁੱਲ ਵਰਗਾ ਜਾਪਦਾ ਹੈ ਜੋ ਅਚਾਨਕ ਹੀ ਰੇਗਿਸਤਾਨ ਵਿੱਚ ਖਿੜ ਉੱਠਿਆ ਸੀ। ਉਸ ਭੋਲੇਪਨ ਹੀ ਬਾਹਾਂ ਤਾਂ ਚੁੱਕ ਕੇ ਆਵਾਜ਼ ਦਿੱਤੀ, ਮੈਂ ਖਿੜਿਆ। ਰੇਤ ਦੇ ਟਿੱਬਿਆਂ ਸੁਣ ਲਿਆ ਤੇ ਆਖਿਆ, ਵੱਡਾ ਆਇਆ ਖਿੜਨ ਵਾਲਾ। ਤੇ ਹਨੇਰੀ ਵਰਗੇ ਜ਼ੋਰ ਨਾਲ ਉਹ ਟਿੱਬਾ ਉਸ ਫੁੱਲ ਉੱਤੇ ਆਣ ਖਲੋਤਾ। ਲੈ ਸਾਹ ਹੁਣ ਕਿਵੇਂ ਲੈਂਦਾ ਹੈ। ਸੁੱਖ ਕਰਦਾ ਕਰਦਾ ਹੱਸ ਜਾ ਪਿਆ। ਪਤਾ ਨਹੀਂ ਉਸ ਹਾਸੇ ਵਿੱਚ ਕੀ ਸੀ, ਬੇਬਸੀ, ਗੁੱਸਾ, ਤਰਲਾ ਜਾਂ ਵਿਅੰਗ। ਜਿਵੇਂ ਪਤਾ ਨਹੀਂ ਕਿੰਨੇ ਅੱਧ ਖਿੜੇ ਫੁੱਲਾਂ ਉੱਤੇ ਰੇਤ ਦਾ ਟਿੱਬਾ ਚੜਿਆ ਆ ਰਿਹਾ ਸੀ ਤੇ ਮੈਂ ਉਸਦੇ ਮੂੰਹ ਵੱਲ ਵੇਖਦੀ ਰਹਿ ਗਈ। ਇਹ ਕਿਹੋ ਜਿਹੀਆਂ ਬੇਸਿਰ ਪੈਰ ਗੱਲਾਂ ਕਰਨ ਲੱਗ ਪਿਆ ਸੀ ਸੁੱਖ। ਜਾਣ ਲੱਗਿਆ ਉਸ ਪਹਿਲੀ ਵਾਰ ਮੇਰੇ ਪੈਰ ਛੂਹੇ ਸਨ ਜਿਵੇਂ ਉਹ ਬੇਜੀ ਦੇ ਪੈਰ ਛੂਹਿਆ ਕਰਦਾ ਸੀ। ਬੀਰੀ ਭਾਬੀ, ਵੀਰਾ ਛੇਤੀ ਆ ਜਾਊਗਾ ਘਰ ਨੂੰ। ਮੇਰੇ ਕੁਝ ਕਹਿਣ ਤੋਂ ਪਹਿਲਾਂ ਹੀ ਸੁੱਖ ਪਲਾਂ ਵਿੱਚ ਹੀ ਰਾਤ ਦੇ ਹਨੇਰੇ ਵਿੱਚ ਘੁਲ ਗਿਆ ਸੀ। ਇੰਜ ਲੱਗਦਾ ਏ ਜਿਵੇਂ ਇਹ ਸਾਰਾ ਕੁਝ ਹੁਣੇ ਹੀ ਵਾਪਰਿਆ ਹੋਵੇ, ਜਿਵੇਂ ਹੁਣੇ ਹੀ ਸੁੱਖ ਘਰੋਂ ਬਾਹਰ ਨਿਕਲਿਆ ਹੋਵੇ। ਮਨ ਦੇ ਅੰਦਰ ਇੱਕ ਚੀਸ ਵਾਂਗਰ ਚਿਣਗ ਜਿਹੀ ਫੁੱਟੀ ਹੈ, ਸ਼ਾਇਦ ਦੀਪ ਵੀ ਆ ਜਾਵੇ ਘਰ। ਪਰ ਦੀਪ ਦੀ ਤਸਵੀਰ ਤਾਂ ਮੈਂ ਆਪ ਅਖਬਾਰ ਵਿੱਚ ਵੇਖੀ ਸੀ ਸੁੱਖ ਦੇ ਜਾਣ ਤੋਂ ਹਫ਼ਤੇ ਕੁ ਬਾਅਦ ਹੀ। ਪੰਮੇ ਵਾਂਗਰ ਹੀ ਉਸਦੀ ਲਾਸ਼ ਕੋਲ ਵੀ ਇੱਕ ਵੱਡੀ ਬੰਦੂਕ ਤੇ 2 ਪਿਸਤੌਲ ਪਏ ਹੋਏ ਸਨ। ਬੇਜੀ ਤਾਂ ਉਦੋਂ ਹੀ ਵੇ ਪੁੱਤ ਦੀਪਿਆ ਮੈਂ ਆਈ ਵੇ ਆਖ ਕੇ ਤੁਰ ਗਿਆ ਸੰਦੀਪ ਕੋਲ ਨੂੰ। ਪਰ ਮੈਂ ਆਪ ਕਿਵੇਂ ਜਿਉਂਦੀ ਰਹਿ ਗਈ ਸਾਂ। ਮੈਨੂੰ ਤਾਂ ਜਾਪਦਾ ਸੀ ਕਿ ਘੜੀ ਵਿੱਚ ਹੀ ਬਿਨ ਪਾਣੀਓ ਮੱਛੀ ਵਾਂਗ ਤੜਫ ਕੇ ਅਹਿਲ ਹੋ ਜਾਵਾਂਗੀ। ਮੱਛੀ ਵਾਂਗਰ ਤੜਫਦੀ ਤਾਂ ਰਹੀ ਸਾਂ ਪਰ ਮਰ ਨਹੀਂ ਸਾਂ ਸਕੀ ਤੇ ਜਿਉਂਦੇ ਰਹਿਣਾ ਵੀ ਕਿੰਨਾ ਅਰਥਹੀਣ ਜਿਹਾ ਹੋ ਗਿਆ ਸੀ। ਅਰਥਹੀਣ ਨਹੀਂ, ਜਿਉਣ ਦੇ ਅਰਥ ਸ਼ਾਇਦ ਰਾਜੂ ਦੀ ਜ਼ਿੰਦਗੀ ਨਾਲ ਹੀ ਜੁੜ ਕੇ ਰਹਿ ਗਏ ਸਨ। ਨਵਰਾਜ ਦੀ ਮਮਤਾ ਮੇਰੇ ਅਤੇ ਮੌਤ ਵਿਚਾਲੇ ਪਹਾੜ ਬਣ ਕੇ ਖਲੋ ਗਈ ਸੀ। ਦੀਪ, ਤੂੰ ਹੀ ਝੂਠਾ ਨਿਕਲਿਆ ਨਾ। ਤੂੰ ਹੀ ਆਪਣੇ ਕੀਤੇ ਕੌਲਾਂ ਨੂੰ ਦਵਾਟੇ ਛੱਡ ਕੇ ਤੁਰ ਗਿਆ। ਤੂੰ ਤਾਂ ਘੜੀ ਪਲ ਦਾ ਵਸਾਹ ਨਹੀਂ ਸਾ ਕਰਦਾ। ਮੌਤ ਨੇ ਪਤਾ ਨਹੀਂ ਕਿਵੇਂ ਤੈਨੂੰ ਬੰਨ੍ਹ ਕੇ ਖੜਿਆ ਹੋਵੇਗਾ। ਸੁੱਖ ਨੇ ਜਾਣ ਲੱਗਿਆ ਆਖਿਆ ਸੀ, ਬੀਰੀ ਭਾਬੀ, ਵੀਰਾ ਛੇਤੀ ਆਊਗਾ ਘਰ ਨੂੰ। ਸੁਣ ਕੇ ਬੀਜੀ ਵੀ ਅਗਲੇ ਦਿਨ ਹੀ ਹਸਪਤਾਲੋਂ ਘਰ ਆ ਗਏ ਸਨ। ਅਸੀਂ ਦੋਵੇਂ ਜਣੀਆਂ ਇੱਕ ਦੂਜੀ ਨੂੰ ਦਿਲਾਸੇ ਦਿੰਦੀਆਂ ਰਾਤਾਂ ਬਹਿ ਕੇ ਲੰਘਾਉਣ ਲੱਗ ਪਈਆਂ ਸਾਂ। ਪਤਾ ਨਹੀਂ ਤੂੰ ਕਿਹੜੇ ਵੇਲੇ ਦਰਵਾਜ਼ਾ ਖੜਕਾਵੇਂ ਤੇ ਅਸੀਂ ਸੁੱਤੀਆਂ ਹੀ ਰਹਿ ਜਾਈਏ।
ਪਰ ਦੀਪ ਤੂੰ ਤਾਂ ਤੁਰ ਵੀ ਗਿਆ ਤੇ ਤੇਰੇ ਮਗਰੇ ਹੀ ਬੇਜੀ ਤੇ ਮੈਂ ਬਾਹਰਲੇ ਬੂਹੇ ਵੱਲ ਹੀ ਤੱਕਦੀ ਰਹਿ ਗਈ। ਕਿੰਨਾ ਚਿਰ ਰਾਤਾਂ ਨੂੰ ਉੱਠ ਕੇ ਬਾਹਰਲੇ ਬੂਹੇ ਵੱਲ ਨੂੰ ਭੱਜ ਉੱਠਦੀ ਸਾਂ। ਬਾਰ-ਬਾਰ ਤੇਰੇ ਪੈਰਾਂ ਦੀ ਬਿੜਕ ਮੇਰੇ ਕੰਨਾਂ ਵਿੱਚ ਗੂੰਜਦੀ। ਕਈ ਵਾਰ ਇੰਜ ਜਾਪਦਾ ਜਿਵੇਂ ਮੇਰਾ ਮੋਢਾ ਹਲੂਣ ਕੇ ਤੂੰ ਪਾਣੀ ਮੰਗਿਆ ਏ ਤੇ ਮੈਂ ਅੱਬੜ ਵਾਹੇ ਉੱਠ ਕੇ ਪਾਣੀ ਦਾ ਗਲਾਸ ਭਰ ਲਿਆਉਂਦੀ। ਕੰਧਾਂ ਕੌਲਿਆਂ ਵਿੱਚ ਵੱਜਦੀ, ਅੱਧਾ ਆਪਣੇ ਉੱਤੇ ਡੋਲ ਲੈਂਦੀ ਤੇ ਅੱਧਾ ਭੁੰਜੇ। ਬਾਪੂ ਜੀ ਤਾਹਾਂ ਮਾਰਦੇ ਘੜੀ ਮੁੜੀ ਨਵਰਾਜ ਨੂੰ ਮੇਰੀ ਝੋਲੀ ਵਿੱਚ ਲਿਆ ਬਿਠਾਉਂਦੇ। ਦੀਪ ਯਾਦ ਹੀ ਨਾ ਜਦ ਸਕੂਲਾਂ ਵਿੱਚ ਟੀਚਰਾਂ ਦੀਆਂ ਬਦਲੀਆਂ ਦੀ ਗੱਲ ਚੱਲੀ ਸੀ ਤਾਂ ਕਿੰਨਾ ਘਬਰਾ ਗਈ ਸਾਂ ਮੈਂ। ਪਤਾ ਨਹੀਂ ਕਿੱਥੋਂ ਦੀ ਬਦਲੀ ਹੋ ਜਾਵੇ। ਸੋਚਦਿਆਂ ਹੀ ਮੇਰੇ ਢਿੱਡ ਵਿੱਚੋਂ ਹੌਲ ਜਿਹਾ ਉੱਠਿਆ ਸੀ, ਜੇ ਕਿਤੇ ਤੂੰ ਦੂਰ ਚਲਾ ਗਿਆ ਤਾਂ। ਮੈਂ ਕਿੰਨਾ ਚਿਰ ਤੇਰੇ ਸੁੱਤੇ ਪਏ ਦੇ ਮੂੰਹ ਵੱਲ ਵੇਖਦੀ ਰਹੀ ਸਾਂ। ਦਿਲ ਵਿੱਚੋਂ ਨਿਕਲੇ ਹੌਕੇ ਦਾ ਜਿਵੇਂ ਕੋਈ ਆਕਾਰ ਸੀ, ਅੱਖਾਂ ਸਨ, ਹੱਥ ਪੈਰ ਸਨ, ਜਿਸਨੇ ਤੈਨੂੰ ਸੁੱਤੇ ਪਏ ਨੂੰ ਹਲੂਣ ਕੇ ਜਗਾ ਦਿੱਤਾ ਸੀ। ਤੇ ਮੈਂ ਸੋਚਦੀ ਰਹੀ ਕਿ ਸੋਚਾਂ ਵਿੱਚ ਵੀ ਇੰਨੀ ਤਾਕਤ ਹੁੰਦੀ ਹੈ। ਤੇ ਫਿਰ ਆਪਾਂ ਦੋਵੇਂ ਜਣੇ ਕਿੰਨਾ ਚਿਰ ਹੱਸਦੇ ਰਹੇ ਸਾਂ ਕਿ ਜੇ ਇੱਕ ਦੂਜੇ ਤੋਂ ਦੂਰ ਜਾਣਾ ਪਿਆ ਤਾਂ ਰਾਤਾਂ ਤਾਰੇ ਗਿਣ ਕੇ ਲੰਘਾਇਆ ਕਰਾਂਗੇ। ਤੇ ਫਿਰ ਬਦਲੀਆਂ ਆਪੇ ਹੀ ਰੁਕ ਗਈਆਂ ਸਨ। ਅਨਹੋਣੀਆਂ ਵਾਪਰਨ ਲੱਗ ਪਈਆਂ ਸਨ। ਸ਼ਹਿਰਾਂ ਵਿੱਚ, ਪਿੰਡਾਂ ਵਿੱਚ ਫੜੋ ਫੜਾਈ, ਕਤਲੇਆਮ, ਸੰਨ 84 ਦਾ ਘੱਲੂਘਾਰਾ, ਮਾਵਾਂ ਭੈਣਾਂ ਦੀਆਂ ਰੁਲੀਆਂ ਇੱਜ਼ਤਾਂ, ਜਿਵੇਂ ਕੋਈ ਤੂਫਾਨ ਆਇਆ ਹੋਵੇ ਜਿਸਨੇ ਘਰਾਂ ਦੇ ਦੀਵੇ ਬੁਝਾ ਦਿੱਤੇ ਸਨ ਪਰ ਮਨਾਂ ਦੇ ਅੰਦਰ ਭਾਂਬੜ ਬਾਲ ਦਿੱਤੇ ਸਨ। ਤੇ ਉਹ ਭਾਂਬੜ ਨਿਤ ਦਿਹਾੜੇ ਹੋਰ ਉੱਚੇ ਹੋਈ ਜਾਂਦੇ ਸਨ। ਕਹੀ ਸਿਆਲ ਦੀ ਰੁੱਤ ਆਈ ਸੀ, ਧੁੰਦ ਹੀ ਧੁੰਦ, ਦਿਨੇ ਸੂਰਜ ਨਜ਼ਰ ਨਹੀਂ ਸੀ ਆਉਂਦਾ, ਰਾਤਾਂ ਨੂੰ ਤਾਰੇ ਕਿਧਰੇ ਗਾਇਬ ਹੋ ਗਏ ਸਨ ਕਿ ਰੱਬ ਇਸ ਸਭ ਕਾਸੇ ਨੂੰ ਲੁਕਾਉਣ ਖਾਤਰ ਲੋਕਾਂ ਦੀਆਂ ਅੱਖਾਂ ਅੱਗੇ ਧੁੰਦ ਦੇ ਗੁਬਾਰ ਖੜੇ ਕਰਨ ਲੱਗ ਪਿਆ ਸੀ, ਜਾਂ ਰੱਬ ਆਪ ਹੀ ਸਭ ਕਾਸੇ ਨੂੰ ਵੇਖਣ ਤੋਂ ਕਤਰਾਉਂਦਾ ਸੀ। ਸਿਆਲ ਮੁੱਕਦਿਆਂ ਹੀ ਅੱਗ ਵਰਨ ਲੱਗ ਪਈ ਸੀ, ਪਰ ਲੋਕੀ ਫੇਰ ਵੀ ਅੰਦਰ ਹੀ ਸੌਂਦੇ ਰਹੇ ਸਨ। ਬਸੰਤ ਰੁੱਤ ਆਈ ਤਾਂ ਪਤਾ ਹੀ ਨਹੀਂ ਸੀ ਲੱਗਾ। ਆਈ ਤਾਂ ਜ਼ਰੂਰ ਹੋਵੇਗੀ, ਰੁੱਤਾਂ ਨੇ ਤਾਂ ਆਉਣੋਂ ਨਹੀਂ ਨਾ ਰੁਕ ਜਾਣਾ। ਪਰ ਮੁਹੱਬਤਾਂ ਦਾ ਮੌਸਮ, ਮੌਤਾਂ ਦਾ ਮੌਸਮ ਬਣ ਗਿਆ ਸੀ। ਹਰ ਪਾਸੇ ਲਾਸ਼ਾਂ ਹੀ ਲਾਸ਼ਾਂ, ਜਨੇਤਾਂ ਦੀ ਥਾਵੇਂ ਜਨਾਜ਼ੇ ਨਿਕਲਦੇ ਸਨ ਤੇ ਗੀਤਾਂ ਦੀ ਥਾਵੇਂ ਕੀਰਨਿਆਂ ਦੀ ਆਵਾਜ਼, ਲੋਹੜੀ ਦੀ ਥਾਵੇਂ ਲਾਂਬੂ ਬਲਦੇ ਸਨ ਤੇ ਸ਼ਗਨਾਂ ਦੀ ਥਾਵੇਂ ਹੰਝੂਆਂ ਦੇ ਹੜ। ਪਤਾ ਨਹੀਂ ਕਿਹੋ ਜਿਹੀ ਸਾੜ ਸਤੀ ਫੈਲ ਗਈ ਸੀ ਚਾਰੇ ਪਾਸੇ। ਦੀਪ ਤੈਨੂੰ ਕੀ ਪਤਾ ਤੇਰੇ ਤੁਰ ਜਾਣ ਪਿੱਛੋਂ ਸਾਡੇ ਤੇ ਕੀ ਬੀਤੀ ਸੀ। ਬੀਜੀ ਦੇ ਸੰਸਕਾਰ ਵੇਲੇ ਹੀ ਉਹਨਾਂ ਸੁੱਖ ਨੂੰ ਹੱਥ ਘੜੀਆਂ ਲਾ ਲਈਆਂ ਤੇ ਉਸਦਾ ਕੁਝ ਵੀ ਪਤਾ ਨਹੀਂ ਸੀ ਲੱਗਾ ਕਿ ਉਸਨੂੰ ਕਿਹੜੀ ਥਾਵੇਂ ਲੈ ਗਏ ਸਨ। ਬਾਪੂ ਜੀ ਵੀ ਹਾਰ ਹੰਬ ਕੇ ਘਰ ਬੈਠ ਗਏ। ਉਹਨਾਂ ਲਈ ਤਾਂ ਫਿਰ ਉੱਠਣਾ ਵੀ ਔਖਾ ਹੋ ਗਿਆ ਸੀ। ਦੀਪ ਚੇਤਾ ਹੀ ਨਾ ਉਹ ਜਿਹੜਾ ਮੰਗੂ ਹੁੰਦਾ ਸੀ ਜਿਹਨੂੰ ਆਪਾਂ ਸਰੀਰ ਹੀ ਰੱਖਿਆ ਸੀ। ਜਦ ਉਹਨੇ ਮੱਕੀ ਦੇ ਪੂਰੇ ਖੇਤ ਵਿੱਚੋਂ ਹੀ ਛੱਲੀਆਂ ਭੰਨ ਕੇ ਵੇਚ ਲਈਆਂ ਸਨ ਤੇ ਖੇਤ ਦੇ ਵਿਚਕਾਰ ਸਿਰਫ ਟਾਂਡੇ ਹੀ ਖੜੇ ਰਹਿ ਗਏ ਸਨ ਤਾਂ ਤੂੰ ਉਸਨੂੰ ਝਿੜਕਿਆ ਸੀ, ਸ਼ਾਇਦ ਇੱਕ ਦੋ ਦੇ ਲਾ ਵੀ ਦਿੱਤੀਆਂ ਸਨ। ਉਹੀ ਮੰਗੂ ਭਰਤੀ ਹੋ ਕੇ ਪੁਲਿਸ ਦੀ ਵਰਦੀ ਪਾਉਣ ਲੱਗ ਪਿਆ ਸੀ। ਜਦ ਕਦੇ ਵੀ ਉਹ ਪਿੰਡ ਆਉਂਦਾ, ਵੱਡੀ ਬੰਦੂਕ ਉਹਦੇ ਕੋਲ ਹੁੰਦੀ ਤਾਂ ਕਦੇ ਨਸ਼ੇ ਵਿੱਚ ਮੁੱਛਾਂ ਨੂੰ ਤਾ ਦਿੰਦਾ, ਲੋਕਾਂ ਵੱਲ ਘੂਰ ਕੇ ਵੇਖਦਾ ਤਾਂ ਲੋਕਾਂ ਦੀ ਜਿਵੇਂ ਜ਼ਮੀਰ ਹੀ ਮਰ ਗਈ ਹੋਵੇ, ਉਸਨੂੰ ਵੇਖਦੇ ਹੀ ਰਸਤਾ ਛੱਡ ਕੇ ਲਾਂਭੇ ਹੋ ਜਾਂਦੇ। ਇੱਕ ਰਾਤ ਸ਼ਰਾਬ ਨਾਲ ਗੁੱਟ ਹੋਇਆ ਸਾਡੇ ਦਰਵਾਜ਼ੇ ਨੂੰ ਬੰਦੂਕ ਨਾਲ ਹੁੱਜਾ ਮਾਰਦਾ ਕਿੰਨਾ ਚਿਰ ਗਾਲਾਂ ਕੱਢਦਾ ਰਿਹਾ, ਨਿਕਲੋ ਬਾਹਰ ਤੁਹਾਡੇ ਜੱਟਾਂ ਦੀ, ਵੱਡੇ ਜ਼ਮੀਨਾਂ ਵਾਲਿਆਂ ਦੀ। ਤੇ ਮੈਂ ਬਾਹਾਂ ਖਿਲਾਰ ਕੇ ਬਾਪੂ ਜੀ ਦੇ ਅੱਗੇ ਖਲੋ ਗਈ ਸਾਂ। ਬਾਪੂ ਜੀ ਤੁਹਾਨੂੰ ਮੇਰੀ ਸਹੁੰ, ਤੁਹਾਨੂੰ ਨਵਰਾਜ ਦੀ ਸਹੁੰ ਜੇ ਬਾਹਰ ਗਏ ਤਾਂ। ਤੇ ਫਿਰ ਮੰਗੂ ਆਪੇ ਹੀ ਗਾਲਾਂ ਕੱਢਦਾ ਵਾਪਸ ਮੁੜ ਗਿਆ ਸੀ। ਕੋਈ ਆਂਢੋ ਗੁਆਂਢੋਂ ਵੀ ਬਾਹਰ ਨਹੀਂ ਸੀ ਨਿਕਲਿਆ। ਉਸਦੇ ਜਾਣ ਪਿੱਛੋਂ ਬਾਪੂ ਜੀ ਦੀਆਂ ਧਾਹਾਂ ਨਿਕਲ ਗਈਆਂ ਸਨ। ਓਏ ਸੁਖਿਆ, ਓਏ ਤੂੰ ਵੀ ਧੋਖਾ ਦੇ ਗਿਓ, ਓਏ ਦੀਪਿਆ ਤੂੰ ਹੀ ਕਿਤੇ ਆ ਜਾ, ਓਏ ਰੱਬਾ ਮੈਨੂੰ ਚੁੱਕ ਕਿਉਂ ਨਹੀਂ ਖੜਦਾ। ਧਾਹਾਂ ਮਾਰਦੇ ਬਾਪੂ ਜੀ ਦੀ ਸਾਰੀ ਦੇਹ ਕੰਬਣ ਲੱਗ ਪਈ ਸੀ। ਉਹਨਾਂ ਦੀ ਅਥਰੂਆਂ ਨਾਲ ਭਿੱਜੀ ਚਿੱਟੀ ਦਾੜੀ ਮੈਂ ਤੌਲੀਏ ਨਾਲ ਪੂੰਝਣ ਲੱਗ ਪਈ ਤੇ ਨਵਰਾਜ ਨਾਲੋਂ ਵੀ ਛੋਟੇ ਬਾਲ ਵਾਂਗਰ ਜਾਪਣ ਲੱਗ ਪਏ ਸਨ। ਬਾਪੂ ਜੀ ਜਿਨ੍ਹਾਂ ਮੈਨੂੰ ਯਤੀਮ ਨੂੰ ਆਪਣੇ ਗਲ ਨਾਲ ਲਾਇਆ ਸੀ, ਆਪਣੀ ਨੂੰਹ ਬਣਾਇਆ ਸੀ, ਅੱਜ ਉਹ ਆਪ ਯਤੀਮਾਂ ਵਾਂਗਰ ਹੋ ਗਏ ਸਨ ਤੇ ਮੈਂ ਮਾਂ ਵਾਂਗਰ ਉਹਨਾਂ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕਰ ਰਹੀ ਸਾਂ। ਉਸ ਦਿਨ ਤੋਂ ਬਾਅਦ ਪਤਾ ਨਹੀਂ ਕੀ ਖੌਫ ਅੰਦਰੋਂ ਅੰਦਰੀ ਬਾਪੂ ਜੀ ਨੂੰ ਖਾਣ ਲੱਗ ਪਿਆ ਸੀ। ਚਾਰੇ ਪਾਸੇ ਅੱਗ ਹੀ ਅੱਗ, ਕਿਸੇ ਨੂੰ ਪਤਾ ਨਹੀਂ ਕੌਣ ਅੱਤਵਾਦੀ, ਕਿਹੜੀ ਪੁਲਿਸ ਤੇ ਕਿਹੜਾ ਚੋਰ। ਇੰਜ ਜਾਪਦਾ ਸੀ ਜਿਵੇਂ ਸਾਰੇ ਹੀ ਚੋਰ ਸਨ। ਖੂਨੀ ਤਾਕਤਾਂ ਦੇ ਕਾਲੇ ਖੰਜਰਾਂ ਨੇ ਸਾਡੇ ਵਿਹੜੇ ਦਾ ਚਾਨਣ ਕਤਲ ਕਰ ਸੁੱਟਿਆ ਸੀ ਤੇ ਸਾਡੇ ਵਰਗੇ ਹਨੇਰੇ ਖੰਡਰ ਬਣ ਚੁੱਕੇ ਹੋਰ ਪਤਾ ਨਹੀਂ ਕਿੰਨੇ ਕੁ ਵਿਹੜੇ ਸਨ। ਕੋਈ ਵਕਤ ਸੀ ਜਦ ਮੌਤ ਡਰਾਉਣੀ ਜਾਪਿਆ ਕਰਦੀ ਸੀ, ਪਰ ਹੁਣ ਜ਼ਿੰਦਗੀ ਡਰਾਉਣੀ ਜਾਪਦੀ ਸੀ। ਜਿਉਣ ਤੋਂ ਖੌਫ ਆਉਣ ਲੱਗ ਪਿਆ ਸੀ। ਤੇ ਫਿਰ ਇੱਕ ਦਿਨ ਮੈਨੂੰ ਪਤਾ ਹੀ ਉਦੋਂ ਲੱਗਾ ਜਦ ਬਾਪੂ ਜੀ ਜ਼ਮੀਨ ਦੇ ਕੇ ਕਿਸੇ ਏਜੰਟ ਨਾਲ ਗੱਲਬਾਤ ਕਰ ਆਏ ਸਨ। ਕਿੰਨੀ ਜਿੱਦ ਕੀਤੀ ਸੀ ਬਾਪੂ ਜੀ ਨਾਲ ਕਿ ਮੈਂ ਘਰ ਛੱਡ ਕੇ ਕਿਧਰੇ ਨਹੀਂ ਜਾਣਾ। ਕਿਵੇਂ ਬਾਪੂ ਜੀ ਨੂੰ ਛੱਡ ਕੇ ਪਿੱਛੇ ਛੱਡ ਕੇ ਆ ਜਾਂਦੀ, ਪਰ ਬਾਪੂ ਜੀ ਦੇ ਤਰਲਿਆਂ ਅੱਗੇ ਮੇਰੀ ਕੋਈ ਪੇਸ਼ ਨਾ ਗਈ। ਉਹਨਾਂ ਇਹੋ ਹੀ ਵਾਸਤਾ ਪਾਇਆ, ਲੈ ਜਾ ਧੀਏ ਮੇਰੇ ਪੁੱਤ ਦੀ ਨਿਸ਼ਾਨੀ ਨੂੰ ਕਿਸੇ ਦੂਰ ਦੇਸ਼ ਤੇ ਇਸ ਨੂੰ ਬਚਾ ਲੈ।
ਮੇਰੇ ਪੁੱਤ ਦੀ ਮੜੀ ਤੇ ਇਸ ਨੂੰ ਦੀਵੇ ਵਾਂਗਰ ਬਾਂਧਿਆ ਰੱਖੀ। ਮੈਂ ਤਾਂ ਨਦੀ ਕਿਨਾਰੇ ਰੁਖੜਾ ਪਤਾ ਨਹੀਂ ਕਿੰਨੇ ਦਿਨ ਹੋਰ ਜਿਣਾ। ਬਾਪੂ ਜੀ ਦੀ ਕੰਬਦੀ ਹੋਈ ਆਵਾਜ਼ ਤੇ ਆਵਾਜ਼ ਨਾਲੋਂ ਬਹੁਤਾ ਕੰਬਦਾ ਹੱਥ ਜੋ ਉਹਨਾਂ ਮੇਰੇ ਸਿਰ ਤੇ ਰੱਖਿਆ ਸੀ, ਇੰਨੇ ਵਰਿਆਂ ਪਿੱਛੋਂ ਵੀ ਉਸੇ ਤਰ੍ਹਾਂ ਮਹਿਸੂਸ ਹੁੰਦਾ ਹੈ। ਏਜੰਟ ਮੈਨੂੰ ਤੇ ਨਵਰਾਜ ਨੂੰ ਕਿਸੇ ਦੇ ਪਾਸਪੋਰਟ ਤੇ ਪਹਿਲਾਂ ਕੈਨੇਡਾ ਤੇ ਫਿਰ ਜੀਤਾ ਭੈਣ ਜੀ ਕੋਲ ਅਮਰੀਕਾ ਲੈ ਆਇਆ ਸੀ। ਜੀਤਾ ਭੈਣ ਜੀ ਬੇਜੀ ਦੀ ਭਤੀਜੀ ਨਹੀਂ, ਸਗੋਂ ਖੁਦ ਬੇਜੀ ਮਿਲ ਪੈ ਜਾਪਦੇ ਸਨ। ਬੇਜੀ ਵਾਂਗਰ ਹੀ ਗੱਲਾਂ ਕਰਦੇ, ਬੇਜੀ ਵਾਂਗਰ ਹੀ ਮੇਰਾ ਤੇ ਰਾਜੂ ਦਾ। ਤੁਹਾਡੀ ਕਿੰਨੀ ਕਹਾਣੀ ਹੈ ਹੋਰ ਲੰਮੀ? ਖਤਮ ਹੋ ਗਈ, ਸਿਰਫ ਇੱਕ ਮਿੰਟ ਦੀ ਰਹਿ ਗਈ ਹੈ ਜੀ। ਨੌਕਰੀ ਮਿਲ ਜਾਣ ਤੋਂ ਬਾਅਦ ਜਿਵੇਂ ਘਰ ਤੋਰਿਆ ਸੀ, ਜਿਵੇਂ ਕੋਈ ਧੀ ਨੂੰ ਤੋਰਦਾ ਹੈ। ਜ਼ਿੰਦਗੀ ਤਾਂ ਸੁਪਨਿਆਂ ਦੀ ਸਹਾਇਰ ਜੀ ਵੀ ਜਾਂਦੀ ਹੈ। ਜਦ ਜੰਮਣ ਪੋਹ ਹੀ ਸੁਪਨੇ ਨਿਗਲ ਜਾਵੇ, ਜਦ ਹਾਸਿਆਂ ਨੂੰ ਡਰ ਦੀ ਕੰਬਣੀ ਛਿੜ ਪਵੇ, ਜਦ ਸੱਧਰਾਂ ਲੀਰੋ ਲੀਰ ਹੋ ਜਾਣ, ਤਾਂ ਉਹਨਾਂ ਮਰ ਚੁੱਕੇ ਸੁਪਨਿਆਂ ਦੀਆਂ ਮੜੀਆਂ ਦੇ ਮਿੱਟੀ ਚੋਂ ਹੀ ਨਵੇਂ ਸੁਪਨਿਆਂ ਦੀਆਂ ਕਰੁੰਬਲਾਂ ਫੁੱਟਣ ਲੱਗ ਪੈਂਦੀਆਂ ਨੇ। ਅਗਲੇ ਮਹੀਨੇ 15ਵਾਂ ਵਰ੍ਹਾ ਚੜ੍ਹ ਪੈਣਾ ਹੈ ਰਾਜੂ ਨੂੰ। ਮਨ ਹੀ ਮਨ ਕਦੇ ਉਸਨੂੰ ਹਵਾਈ ਜਹਾਜ਼ਾਂ ਦਾ ਪਾਇਲਟ ਬਣਾ ਲੈਂਦੀ ਹਾਂ, ਕਦੇ ਡਾਕਟਰ ਤੇ ਵਕੀਲ ਬਣਾ ਲੈਂਦੀ ਹਾਂ, ਕਦੇ ਉਸਦੇ ਵਿਆਹ ਦੇ ਸੁਪਨੇ ਲੈਂਦੀ ਪਾਣੀ ਵਾਰ ਬੰਨੇ ਦੀਆਂ ਮਾਏ ਗਾਉਣ ਲੱਗ ਪੈਂਦੀ ਹਾਂ। ਉੱਪਰੋਂ ਦੀ ਲੰਘ ਰਹੇ ਹਵਾਈ ਜਹਾਜ਼ ਦੀ ਆਵਾਜ਼ ਨਾਲ ਸੋਚਾਂ ਦੀ ਦੁਨੀਆ 'ਚ ਵਾਪਸ ਪਰਤਦੀ ਹਾਂ। ਕੰਮ ਤੇ ਜਾਣ ਦਾ ਵਕਤ ਨਹੀਂ, ਅੱਜ ਤਾਂ ਕੰਮ ਤੇ ਨਹੀਂ ਜਾਣਾ। ਸ਼ਨੀਚਰਵਾਰ ਹੈ, ਕਿਸੇ ਸੋਹਣੇ ਸੁਪਨੇ ਦੀ ਆਸ ਵਿੱਚ ਕੁਝ ਚਿਰ ਹੋਰ ਸੌਣਾ ਚਾਹੁੰਦੀ ਹਾਂ। That's it. ਸੌਰੀ, ਕਹਾਣੀ ਕੁਛ ਲੰਬੀ ਸੀ ਜੀ। ਕਹਾਣੀ ਜੀ ਤੁਸੀਂ ਸਾਰਿਆਂ ਨੇ ਸੁਣ ਲਈ ਹੈ, ਤੇ ਹੁਣ ਜਿੰਨੇ ਕੋਈ ਗੱਲ ਕਰਨੀ ਹੈ ਤੇ ਕਰੋ। ਹਾਂਜੀ ਅਮਰਜੀਤ ਜੀ, ਹਾਂਜੀ। ਤੁਸੀਂ ਤਾਂ ਬਹੁਤ ਸੋਹਣਾ ਲਿਖਿਆ, ਔਰ ਉਸ ਦੌਰ ਨੂੰ ਯਾਦ ਕਰਕੇ ਵਾਕਈ ਅਸੀਂ ਸਾਰੇ ਜਿਹੜੇ ਪੰਜਾਬ ਦੇ ਲੋਕ ਹੈ ਉਹ ਸਾਰੇ ਹੀ ਕੰਬ ਹੀ ਜਾਂਦੇ ਆ। ਤੁਸੀਂ ਬਹੁਤ ਸੋਹਣੀ ਕਹਾਣੀ ਪਰੋਈ ਔਰ ਸਾਨੂੰ ਆਪਣੇ ਨਾਲ ਨਾਲ ਲੈ ਕੇ ਤੁਸੀਂ ਤੁਰੇ ਗਏ। ਵੈਰੀ ਨਾਈਸ, ਤੁਸੀਂ ਬਹੁਤ ਸੋਹਣਾ ਲਿਖਦੇ ਹੋ, ਬੜਾ ਦਿਲ ਤੱਕ ਪਹੁੰਚਦੀ ਹੈ ਗੱਲ। ਬਹੁਤ ਮਿਹਰਬਾਨੀ। ਥੈਂਕ ਯੂ ਜੀ, ਬਹੁਤ 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 ਮਿਹਰਬਾਨੀ। ਮੈਨੂੰ ਤੁਹਾਡਾ ਐਕਸਪ੍ਰੈਸ਼ਨ ਬਹੁਤ ਅੱਛਾ ਲੱਗਿਆ। ਮੈਂ ਇਹੀ ਕਹਿਣਾ ਚਾਹੂੰਗੀ, ਜਿਵੇਂ ਤੁਸੀਂ ਪੰਜਾਬੀ ਲਿਖੀ ਹੈ, ਪਤਾ ਨਹੀਂ ਉਹ ਦਿਲ ਨੂੰ ਵਾਕਈ ਛੂ ਗਈ ਤੁਹਾਡੀ ਪੰਜਾਬੀ ਲਿਖਣ ਦਾ ਸਟਾਈਲ। ਥੈਂਕ ਯੂ ਜੀ, ਆਈ ਰੀਅਲੀ ਅਪਰੀਸ਼ੀਏਟ ਇਟ। ਮੈਂ ਨਾਸਿਰ ਗੋਂਦਲ ਗੁਜਰ ਕਰਾਂ ਜੀ। ਜੀ ਬੋਲੋ ਜੀ। ਬਹੁਤ ਖੂਬਸੂਰਤ ਬਿਆਨੀਆਂ ਸੀ। ਇਸ ਤਰ੍ਹਾਂ ਲੱਗਦਾ ਕਿ ਤੁਸੀਂ ਕਹਾਣੀ ਦੇ ਨਾਲ ਉਸ ਪਿੰਡ ਵਿੱਚ, ਉਸ ਘਰ ਵਿੱਚ ਮੌਜੂਦ ਹੋ ਤੇ ਹਰ ਚੀਜ਼ ਨਾਲ ਨਾਲ ਚੱਲ ਰਹੀ ਹੈ। ਬਹੁਤ ਖੂਬਸੂਰਤ ਬਿਆਨੀਆਂ ਸੀ ਤੇ ਬੜਾ ਅੱਛਾ ਉਹਨਾਂ ਨੇ ਉਸ ਨੂੰ ਕੀਤਾ। ਆਖਿਰ ਵਿੱਚ ਜੋ ਉਹਦੀ ਐਂਡਿੰਗ ਹੈ ਉਹ ਇੱਕਦਮ ਐਬਰਪਟ, ਪਤਾ ਨਹੀਂ ਉਂਝੀ ਹੋਈ ਹੈ ਜਾਂ मंसूर एजाज साहब ने किया था, ਤਾਂ ਫਿਰ ਉਹ ਇੱਕਦਮ ਐਬਰਪਟ ਹੋ ਗਈ ਹੈ। ਲੇਕਿਨ ਅਗਰ ਵਾਕਈ ਐਂਸੀ ਤੇ ਉਹਦਾ ਜੋ ਅੰਜਾਮ ਹੈ ਉਹਦੇ ਅੰਦਰ ਕੁਝ ਥੋੜਾ ਜਿਹਾ ਕੋਈ ਸਸਪੈਂਸ ਜਾਂ ਹੋਰ ਕੋਈ ਚੀਜ਼ ਹੁੰਦੀ ਕਿ ਕੋਈ ਹੋਰ ਰਾਹ ਖੁੱਲਦਾ ਜਾਂ ਇਨਸਾਨ ਕੁਝ ਸੋਚਦਾ ਰਹਿੰਦਾ, ਤੇ ਉਹ ਜੋ ਉਹਦਾ ਐਂਡ ਹੈ ਉਹ ਜ਼ਰਾ ਥੋੜਾ ਜਿਹਾ ਯਾਨੀ ਅਨਐਕਸਪੈਕਟਡ ਸੀ, ਤੇ ਉਹ ਉਸ ਤਰ੍ਹਾਂ ਦਾ ਨਹੀਂ ਸੀ ਜਿਸ ਤਰ੍ਹਾਂ ਦੀ ਬਾਕੀ ਸਾਰੀ ਕਹਾਣੀ ਸੀ। ਹਾਂਜੀ, ਮੈਨੂੰ 2-3 ਲਾਈਨਾਂ ਛੱਡਣੀਆਂ ਪਈਆਂ ਸੀ, ਸੌਰੀ ਅਬਾਊਟ ਦੈਟ। ਨਹੀਂ, ਤੁਸੀਂ ਨਾ ਆਪਣਾ ਪੰਨੂ ਜੀ ਤੁਸੀਂ ਨਾ ਬੋਲੋ, ਬਾਕੀਆਂ ਨੂੰ ਗੱਲ ਕਰਨ ਦਿਓ। ਓਕੇ। ਹਾਂਜੀ। ਹਾਂਜੀ, ਕੋਈ ਹੋਰ? ਹਾਂਜੀ, ਮੈਂ ਗੱਲ ਕਰਾਂ ਜੀ ਕਿ ਜੀ ਕਰੋ। ਪੰਜਾਬ ਦੇ ਵਿੱਚ ਵੀ ਔਰ ਜਿੱਥੇ ਜਿੱਥੇ ਵੀ ਇਹ ਕਈ ਵਾਰੀ ਲੌਲੈਸਨੈਸ ਹੁੰਦੀ ਆ, ਜ਼ੁਲਮ ਸਿਤਮ, ਇੱਕ ਤਾਂ ਗਵਰਨਮੈਂਟਾਂ ਜਾਂ ਉਹ ਵੀ ਕਰਦੀਆਂ ਨੇ, ਫਿਰ ਉਹਦੇ 'ਚ ਲੋਕਾਂ ਦੇ ਆਪਣੇ ਪਰਸਨਲ ਜਿਹੜੇ ਹੁੰਦੇ ਨੇ ਦੁਸ਼ਮਣੀਆਂ ਤੇ ਵੈਂਡੈਟਾ ਉਹ ਵੀ ਕੱਢਣੇ ਸ਼ੁਰੂ ਹੋ ਜਾਂਦੇ ਨੇ। ਉਹਦਾ ਫਾਇਦਾ ਉਠਾਉਂਦੇ ਨੇ ਬੜੇ ਲੋਕ। ਪੰਜਾਬ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੋਇਆ ਬਹੁਤ ਕੁਛ, ਔਰ ਬੜੀ ਦੁਖਦਾਈ, ਦੁੱਖ ਭਰੀ ਇਹ ਸਟੋਰੀ ਪੰਜਾਬ ਦੀ ਸਟੋਰੀ ਆ। ਔਰ ਇਸ ਸਾਨੂੰ ਜਿਹੜੀ ਇਹਨਾਂ ਨੇ ਸਟੋਰੀ ਪੜ੍ਹੀ ਆ ਉਹਦੇ ਵਿੱਚ ਬਿਲਕੁਲ ਉਹ ਚੀਜ਼ ਜ਼ਾਹਰ ਹੋਈ ਆ, ਸਾਰੇ ਦਿਲ ਤੇ ਲੱਗੀ ਆ। ਬਹੁਤ ਸੋਹਣੀ ਸਟੋਰੀ ਆ। ਹਾਂਜੀ, ਮਿਹਰਬਾਨੀ। ਹੋਰ ਕੋਈ ਜੀ? ਮੈਂ ਬਸ 2 ਫਿਕਰੇ ਕਹਿਣੇ ਨੇ ਇਸ ਕਹਾਣੀ ਬਾਰੇ। ਉਹ ਇਹ ਹੈ ਕਿ ਕਹਾਣੀ ਜਿੱਥੋਂ ਸ਼ੁਰੂ ਹੋਈ ਉਹ ਬਹੁਤ ਹੀ ਜ਼ਬਰਦਸਤ ਤਰੀਕੇ ਨਾਲ ਜਿਹੜੀ ਉਹਨਾਂ ਦੀ ਮੈਟਾਫਰ ਸਨ, ਕਿਵੇਂ ਜਿਹੜੇ ਬਿੱਲੀ ਹੈ
ਬਿੱਲੀ ਨੂੰ ਕੁੱਤੇ ਕਿਵੇਂ ਖਾ ਰਹੇ ਨੇ ਚੀਰ ਪਾੜ ਕਰਕੇ। ਇਹ ਬਹੁਤ ਜ਼ਬਰਦਸਤ ਕਿਸਮ ਦਾ ਮੈਟਾਫਰ ਸੀਗਾ। ਤੇ ਫਿਰ ਉਹ ਮੈਟਾਫਰ ਜਿਹੜਾ ਉੱਥੇ ਮੁੱਕ ਜਾਂਦਾ ਹੈ ਤੇ ਉਹ ਫਿਰ ਜਿਹੜਾ ਕਿਰਦਾਰਾਂ ਦੇ ਵਿੱਚ ਆ ਜਾਂਦਾ ਹੈ, ਯਾਨੀ ਜਿਹੜੇ ਕੁੱਤੇ ਨੇ ਉਹ ਪੁਲਿਸ ਹੋ ਜਾਂਦੀ ਹੈ ਤੇ ਜਿਹੜੇ ਬਿੱਲੀ ਹੈ ਉਹ ਇਨਸਾਨ ਨੇ ਜਿਨ੍ਹਾਂ ਨੂੰ ਉਹ ਮਾਰ ਰਹੇ ਨੇ। ਮੈਨੂੰ ਬਸ ਇਹਦੇ 'ਚ ਥੋੜਾ ਜਿਹਾ ਇਹ ਲੱਗਾ ਕਿ ਕਹਾਣੀ ਦੇ ਵਿੱਚ ਰੈਪੀਟੀਸ਼ਨ ਬਹੁਤ ਹੈ। ਮਤਲਬ ਇਹ ਹੈ ਕਿ ਇਹ ਤਾਂ ਸਹੀ ਹੈ ਗੱਲ ਕਿ ਕਹਾਣੀ ਬਹੁਤ ਸੋਹਣੀ ਲਿਖੀ ਗਈ ਹੈ, ਲੇਕਿਨ ਕਹਾਣੀ ਦੇ ਵਿੱਚ ਇੱਕ ਹੀ ਥੀਮ ਨੂੰ ਕਈਆਂ ਕਰੈਕਟਰਾਂ ਦੇ ਰੈਫਰੈਂਸ ਦੇ ਨਾਲ ਦੁਹਰਾਇਆ ਗਿਆ ਹੈ। ਮੇਰਾ ਖਿਆਲ ਹੈ ਕਿ ਕਹਾਣੀ ਦੇ ਵਿੱਚ ਇਹ ਜਿਹੜੀ ਦੁਹਰਾਈ ਹੈ ਇਹ ਉਹਦਾ ਅਸਰ ਘਟਾ ਦਿੰਦੀ ਹੈ ਥੋੜਾ। ਜਿਹੜਾ ਬਹੁਤਾ ਅਸਰ ਹੁੰਦਾ ਹੈ ਉਹ ਗੱਲ ਦੁਹਰਾਉਣ ਨਾਲ ਨਹੀਂ ਹੁੰਦਾ। ਬਸ ਮੈਂ ਇੰਨੀ ਗੱਲ ਕਹਿਣੀ ਸੀ, ਬਾਕੀ ਤੇ ਤੁਹਾਨੂੰ ਵੀ ਅੱਛੀ ਲੱਗੀ ਹੈ, ਮੈਨੂੰ ਵੀ ਅੱਛੀ ਲੱਗੀ ਹੈ। ਸਿਰਫ ਇਹ ਕਹਾਣੀ ਨੂੰ ਦੁਹਰਾਈ ਇਹਦੇ ਵਿੱਚੋਂ ਜਿਹੜੀ ਆ ਉਹ ਥੋੜੀ ਘੱਟ ਕਰਨੀ ਪਵੇਗੀ। ਹਾਂਜੀ, ਹੁਣ ਭੁਪਿੰਦਰ ਕੌਰ ਪ੍ਰੀਤ ਜੀ ਮੈਨੂੰ ਦਿਸਦੇ ਰਹੇ ਨੇ, ਉਹ ਵੀਡੀਓ ਤੋਂ ਉਹਨਾਂ ਦਾ ਦਿਸ ਰਿਹਾ ਮੈਨੂੰ, ਲੇਕਿਨ ਉਹਨਾਂ ਦੇ ਮੈਨੂੰ ਆਡੀਓ ਨਹੀਂ ਦਿਸ ਰਿਹਾ। ਤੁਹਾਨੂੰ ਵੀ ਇਹ ਦੇਖੋ ਨਾ, ਭੁਪਿੰਦਰ ਕੌਰ ਪ੍ਰੀਤ ਜੀ ਦਾ ਇਹ ਦੇਖੋ ਉਹਨਾਂ ਦਾ ਵੀਡੀਓ ਦਿਖ ਰਿਹਾ। ਹਾਂਜੀ, ਆਡੀਓ ਹੈ ਨਹੀਂ ਜੀ ਉਹਨਾਂ ਦਾ। ਉਹਨਾਂ ਔਰ ਦਾ ਉਹਨਾਂ ਮੈਂ ਆਡੀਓ ਕਿਹਾ ਪਹਿਲਾਂ ਟਰਾਈ ਕਰ ਰਹੇ ਸੀ, ਸ਼ਾਇਦ ਉਹ ਆਡੀਓ ਨਾਲ ਕਨੈਕਟ ਨਹੀਂ ਹੋ ਸਕ ਰਹੇ। ਤੇ ਜੇ ਇਫ ਭੁਪਿੰਦਰ ਜੀ ਤੁਸੀਂ ਸਾਨੂੰ ਸੁਣ ਸਕਦੇ ਹੋ ਤੇ ਤੁਸੀਂ ਰੀ ਲੌਗ ਇਨ ਕਰੋ। ਭੁਪਿੰਦਰ ਕੌਰ ਜੀ ਜੇ ਸਾਨੂੰ ਸੁਣ ਸਕਦੇ ਹੋ ਤੇ ਰੀ ਲੌਗ ਕਰੋ। ਨਹੀਂ, ਉਹ ਨਹੀਂ, ਮੇਰੇ ਖਿਆਲ ਸਾਡੀ ਗੱਲ ਨਹੀਂ ਸੁਣ ਰਹੇ। ਕਿਸੇ ਕੋਲ ਫੋਨ ਹੈ ਉਹਨਾਂ ਦਾ, ਜੇ ਉਹਨਾਂ ਨੂੰ ਫੋਨ ਕਰ ਸਕੇ ਤੇ। ਉਹ ਡਾਕਟਰ ਸਾਹਿਬ ਜਦੋਂ ਉਹਨਾਂ ਦਾ ਆਈਡੀਆ ਜੁਆਇਨ ਨਹੀਂ ਹੋਇਆ ਤਾਂ ਉਹ ਸੁਣ ਨਹੀਂ ਸਕਦੇ ਹੈਗੇ। ਚਲੋ ਫਿਰ ਮਤਲਬ ਇਹ ਹੈ ਕਿ ਇਹ ਮਤਲਬ ਜਿਹੜਾ ਲਿੰਕ ਨਹੀਂ ਆ ਰਿਹਾ ਆਡੀਓ। ਹਾਂ ਚਲੋ ਠੀਕ ਹੈ। ਉਹ ਚਲੇ ਗਏ ਕੋਈ ਨੇ, ਮੈਸੇਜ ਦੇਖ ਲਓ ਚੈਟ 'ਚ। ਨਹੀਂ, ਇੱਕ ਸੈਕਿੰਡ, ਉਹ ਚਲੇ ਗਏ ਨੇ, ਮੇ ਬੀ ਉਹ ਫਿਰ ਦੁਬਾਰਾ ਲੌਗ ਇਨ ਕਰਨ ਲੱਗੇ ਨੇ। ਹੁਣ ਉਹ ਹੈ ਨਹੀਂ ਗਏ, ਮੇ ਬੀ ਸ਼ੀ ਇਜ਼ ਟਰਾਈਂਗ। 2 ਮਿੰਟ ਦੇ ਦਿਓ ਉਹਨਾਂ ਨੂੰ ਤੁਸੀਂ, ਕਿਉਂਕਿ ਉਹਨਾਂ ਦੀ ਹੁਣ ਹੈ ਨਹੀਂ ਗਏ, ਉਹ ਸ਼ੀ ਇਜ਼ ਨਾਟ ਔਨ ਰਾਈਟ ਨਾਓ, ਸੋ ਮੇ ਬੀ ਸ਼ੀ ਇਜ਼ ਰੀ ਟਰਾਈਂਗ। ਨਹੀਂ ਜੀ, ਉਹ ਨਹੀਂ ਆ ਰਹੇ ਵਾਪਸ। ਆਈ ਥਿੰਕ ਰਿਕਾਰਡਿੰਗ ਬੰਦ ਕਰ ਦਿਓ। ਆਈ ਥਿੰਕ ਹਾਂਜੀ, ਰਿਕਾਰਡਿੰਗ ਵੀ ਬੰਦ ਕਰ ਦਿਓ ਤੇ ਹੋਰ ਕੋਈ ਮਤਲਬ ਸਮਝੋ ਕਿ ਮੀਟਿੰਗ ਅੱਜ ਦੀ ਜਿਹੜੀ ਹੈ ਉਹ ਅਸੀਂ